ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਨਾ ਭੈਣਾ ਭਰਜਾਈਆ ਨਾ ਸਿਸ ਸੁੜੀਆ, ਸੱਚਾ ਸਾਕਨਾ ਟੁੱਟਾਈ ਗੁਰ ਮੇਲੇ ਸਹੀਆ। ਨਾ ਭੈਣਾ ਭਰਜਾਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਹਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੋਵੇ ਪਰਮਗਤ ਮੇਰੀ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੂਰੇ ਸਤਿਗੁਰਾਂ ਤੋਂ ਬਗੈਰ ਸਾਰੇ ਸੰਬੰਧੀਆਂ ਨੂੰ ਪਰਲੋਕ ਵਿੱਚ ਨਾ ਸਹਾਇਤਾ ਕਰਨ ਵਾਲੇ ਦੱਸਦੇ ਆ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਨਾ ਭੈਣਾ ਭਰਜਾਈਆ। ਪੂਰੇ ਗੁਰੂ ਜਾਂ ਪਰਮੇਸ਼ਰ ਤੋਂ ਬਗੈਰ ਨਾ ਭੈਣਾਂ ਨਾ ਭਰਜਾਈਆਂ, ਮਤਲਬ ਭਰਾਵਾਂ ਦੀਆਂ ਇਸਤਰੀਆਂ। ਨਾ ਸੇ ਸਸੁੜੀਆ। ਅਤੇ ਨਾ ਹੀ ਉਹਨਾਂ ਦੀਆਂ ਸੱਸਾਂ ਸਹਾਇਤਾ ਕਰਨ ਵਾਲੀਆਂ ਹਨ। ਇਸੇ ਪ੍ਰਕਾਰ ਨਾ ਭੈਣਾ ਭਰਜਾਈਆ। ਨਾ ਹੀ ਭੈਣਾਂ ਦੀ ਤਰ੍ਹਾਂ ਦੇਵੀ ਦੇਵਤਿਆਂ ਦੀ ਉਪਾਸਨਾ, ਨਾ ਹੀ ਗੁਣਾ ਸਰੀਰ ਆਦਿਕ ਦੇ ਅਹੰਕਾਰ ਰੂਪ ਭਰਾਵਾਂ ਦੀਆਂ ਆਸਾ ਤ੍ਰਿਸ਼ਨਾ ਰੂਪ ਰਜਾਈਆਂ। ਨਾ ਸੇ ਸਸੁੜੀਆ। ਅਤੇ ਨਾ ਹੀ ਉਹਨਾਂ ਦੀਆਂ ਸੰਸ਼ਯਾਤਮਕ ਬਿਰਤੀਆਂ ਰੂਪ ਸੱਸਾਂ ਨੇ ਮਦਦ ਕਰਨੀ ਹੈ। ਸੱਚਾ ਸਾਕਨਾ ਟੁੱਟਾਈ। ਗੁਰੂ ਸਾਹਿਬ ਜੀ ਦਾ ਸੱਚਾ ਨਾਤਾ ਹੈ ਜੋ ਕਦੇ ਵੀ ਟੁੱਟਦਾ ਨਹੀਂ ਹੈ। ਗੁਰ ਮੇਲੇ ਸਹੀਆਂ। ਗੁਰੂ ਸਾਹਿਬ ਜੀ ਜਗਿਆਸੂ ਰੂਪ ਸਖੀਆਂ ਨੂੰ ਪਰਮੇਸ਼ਰ ਦੇ ਨਾਲ ਮੇਲਦੇ ਹਨ। ਇਸੇ ਪ੍ਰਕਾਰ ਸੱਚਾ ਸਾਕਨਾ ਟੁੱਟਾਈ। ਜਿਨ੍ਹਾਂ ਦਾ ਗੁਰਾਂ ਦੇ ਨਾਲ ਜਾਂ ਗੁਰਸਿੱਖਾਂ ਦੀ ਸੰਗਤ ਨਾਲ ਪ੍ਰੇਮ ਦਾ ਸੱਚਾ ਨਾਤਾ ਹੈ, ਉਹਨਾਂ ਦਾ ਨਾਤਾ ਕਦੇ ਵੀ ਟੁੱਟਦਾ ਨਹੀਂ ਹੈ। ਗੁਰ ਮੇਲੇ ਸਹੀਆਂ। ਇਸੇ ਕਰਕੇ ਉਹਨਾਂ ਨੂੰ ਗੁਰੂ ਜੀ ਨੇ ਸਹੀ ਨਿਸ਼ਚੇ ਕਰਕੇ ਮਹਾਤਮਾ ਰੂਪ ਸਖੀਆਂ ਭਾਵ ਪਿਆਰੇ ਗੁਰਸਿੱਖਾਂ ਦੇ ਨਾਲ ਮਿਲਣਾ ਕੀਤਾ। ਆਹ ਹੈ ਬਲਹਾਰੀ ਗੁਰ ਆਪਣੇ। ਮੈਂ ਆਪਣੇ ਸਤਿਗੁਰਾਂ ਤੋਂ ਮਨ ਕਰਕੇ ਕੁਰਬਾਨ ਜਾਂਦੀ ਹਾਂ
ਅਤੇ ਸਾਧ ਬਲਹਾਰ ਜਾਓ। ਸਦਾ ਜਾਂ ਸੈਂਕੜੇ ਵਾਰ ਤਨ ਕਰਕੇ ਵੀ ਕੁਰਬਾਨ ਜਾਂਦੀ ਹਾਂ, ਵਾਰ ਨਹੀਂ ਜਾਂਦੀ ਹਾਂ। ਗੁਰ ਬਿਨ ਇਤਾ ਭਵ ਥਕੀ। ਮੈਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਇਤਨਾ ਭ੍ਰਮਣ ਕਰਕੇ ਥੱਕ ਚੁੱਕੀ, ਹਾਰ ਚੁੱਕੀ ਹਾਂ। ਇਤਨਾ ਬੇਅੰਤ ਸੰਸਾਰ ਹੈ, ਇਸ ਵਿੱਚ ਸਾਰੀ ਸ੍ਰਿਸ਼ਟੀ ਭੌਂ ਭੌਂ ਕੇ ਥੱਕ ਚੁੱਕੀ ਸੀ। ਗੁਰ ਪੈਰ ਮੇਲਮ ਦਿੱਤਮ ਮਿਲਾਏ। ਤੇ ਪਰ ਜੋ ਗੁਰੂ ਸਾਹਿਬ ਜੀ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਵਾਲੇ ਹਨ, ਉਹਨਾਂ ਗੁਰਾਂ ਨੇ ਮੈਨੂੰ ਕਿਰਪਾ ਕਰਕੇ ਪਤੀ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ। ਹੁਣ ਗੁਰਾਂ ਨੇ ਉਪਦੇਸ਼ ਦੇ ਕੇ ਪਤੀ ਪਰਮੇਸ਼ਰ ਦੇ ਮੇਲ ਵਿੱਚ ਮੈਨੂੰ ਮਿਲਾ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਫੁੱਫੀ ਨਾਨੀ ਮਾਸੀਆ। ਫੁੱਫੀ ਪਿਤਾ ਦੀ ਭੈਣ ਭੂਆ, ਨਾਨੀ ਮਾਤਾ ਦੀ ਮਾਂ, ਮਾਸੀਆਂ ਮਾਤਾ ਦੀਆਂ ਭੈਣਾਂ, ਦੇਰ ਜੇਠਾਣੜੀਆ। ਅਤੇ ਦੇਰ ਦਰਾਣੀਆਂ ਤੇ ਜੇਠ ਜਠਾਣੀਆਂ ਆਦਿਕ। ਆਵਨ ਵੰਜਣ ਨਾ ਰਹਨ। ਸੋ ਇਹ ਜਿਹੜੇ ਪ੍ਰਾਹੁਣਿਆਂ ਦੇ ਪੂਰਾਂ ਦੇ ਪੂਰ ਪੂਰ ਭਰੀ ਪਈਆ। ਪੂਰਾਂ ਦੇ ਪੂਰ ਪ੍ਰਾਹੁਣਿਆਂ ਦੇ ਭਰੇ ਹੋਏ ਆਮਣ ਆਉਂਦੇ ਅਤੇ ਜਾਂਦੇ ਨੇ। ਖਾਸ ਕਰਕੇ ਵਿਆਹਾਂ ਸ਼ਾਦੀਆਂ ਦੇ ਅਗਲੇ ਦਿਨ ਵਿਆਹ ਹੁੰਦਾ, ਪਹਿਲੇ ਦਿਨ ਮੇਲ ਹੁੰਦਾ। ਉਹ ਮੇਲ 'ਤੇ ਨਾਨਕੇ ਦਾਦਕੇ ਇਤਿਆਦਿਕ ਸਾਰੇ ਆਉਂਦੇ ਨੇ। ਕੋਈ ਹੋਰ ਸਮਾਗਮ ਹੋਵੇ ਤਾਂ ਪੂਰਾਂ ਦੇ ਪੂਰ ਭਰੇ ਹੋਏ ਪ੍ਰਾਹੁਣਿਆਂ ਦੇ ਆਉਂਦੇ ਅਤੇ ਜਾਂਦੇ ਹਨ। ਇਹਨਾਂ ਵਿੱਚੋਂ ਪ੍ਰਾਹੁਣਿਆਂ ਮਤ ਕੋਈ ਅਸਤਿਤ ਨਹੀਂ ਰਹਿੰਦਾ ਹੈ। ਇਸੇ ਪ੍ਰਕਾਰ ਫੁੱਫੀ ਨਾਨੀ ਮਾਸੀਆ। ਮਾਇਆ ਅਤੀ ਸ਼ਰਧਾ ਕਲਪ ਦਾ ਆਤਮਕ ਸੰਬੰਧ ਰੂਪ ਹੈ ਭੂਆ। ਅਵਿਦਿਆ ਰੂਪ ਨਾਨੀ ਇੰਦਰੀਆਂ ਦੇ ਵੇਸ਼ਿਆਂ ਵਿੱਚ ਲਾਉਣ ਵਾਲੀਆਂ ਸੰਸਾਰਾਕਾਰ ਬਿਰਤੀਆਂ ਨੂੰ ਮਾਸੀਆਂ। ਦੇਰ ਜੇਠਾਣੜੀਆ। ਰਸਾਂ ਗਸਾਂ ਦੀਆਂ ਤ੍ਰਿਸ਼ਨਾ ਰੂਪ ਦਰਾਣੀਆਂ, ਲੋਭ ਰੂਪ ਜਠਾਣੀਆਂ ਇਤਿਆਦਿਕ। ਆਵਣ ਵੰਜਣ ਨਾ ਰਹਨ। ਇਹਨਾਂ ਦੀ ਕੁਸੰਗਤ ਕਰਨ ਵਾਲੇ ਆਉਂਦੇ ਅਤੇ ਚਲੇ ਜਾਂਦੇ ਨੇ। ਕਦੇ ਵੀ ਅਕਾਲ ਪੁਰਖ ਦੇ ਸਰੂਪ ਦੇ ਵਿੱਚ ਅਸਥਿਤ ਨਹੀਂ ਰਹਿੰਦੇ, ਭਾਵ ਜੰਮਣ ਮਰਨ ਤੋਂ ਰਹਿਤ ਨਹੀਂ ਹੋ ਸਕਦੇ। ਪੂਰ ਭਰੇ ਪਹੀਆ। ਇਸੇ ਕਰਕੇ ਰਾਹਾਂ ਦੇ ਰਾਹ ਪੂਰਾਂ ਦੇ ਭਰੇ ਹੋਏ ਜਾਮ ਮਾਰਗ ਦੇ ਰਸਤੇ ਉੱਤੇ ਤੁਰੇ ਜਾ ਰਹੇ ਹਨ। ਮਾਮੇ ਤੈ ਮਾਣੀਆ। ਮਾਤਾ ਦੇ ਭਰਾ ਮਾਮੇ ਅਤੇ ਮਾਤਾ ਦੀਆਂ ਭਰਜਾਈਆਂ ਮਾਮੀਆਂ ਅਤੇ ਪਾਇਰ ਬਾਪ ਨਾ ਮਾਓ। ਭਾਈਰ ਭਰਾ, ਬਾਪ ਪਿਤਾ ਅਤੇ ਮਾਊ ਮਾਂ, ਕਿਸੇ ਨੇ ਵੀ ਪਰਲੋਕ ਦੇ ਵਿੱਚ ਸਹਾਇਤਾ ਨਹੀਂ ਕਰਨੀ ਹੈ। ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ। ਮਾਮੇ ਤੈ ਮਾਣੀਆਂ। ਮਾਤਾ ਦੇ ਗਰਭ ਦੇ ਵਿੱਚ ਸਹਾਇਤਾ ਕਰਨ ਵਾਲੇ ਪੁੰਨ ਰੂਪ ਮਾਮੇ ਅਤੇ ਜੋ ਸਪੁੰਨ ਰੂਪ ਮਾਮਿਆਂ ਦੀ ਸਹਾਇਤਾ ਕਰਕੇ ਬਿਰਤੀ ਨੇ ਸੁੱਖ ਭੋਗਣਾ ਹੈ ਅਤੇ ਦੁੱਖ ਤੋਂ ਬਚਣਾ ਹੈ, ਇਹ ਮਾਮੀਆਂ ਦੀ ਤਰ੍ਹਾਂ ਹਨ। ਪਾਇਰ ਬਾਪ ਨ ਮਾਓ। ਹੰਕਾਰ ਰੂਪੀ ਭਰਾ, ਸਰੀਰ ਰੂਪ ਪਿਤਾ ਅਤੇ ਮਾਇਆ ਰੂਪ ਮਾਤਾ ਆਦਿਕ ਕਿਸੇ ਨੇ ਵੀ
ਪਰ ਲੋਕ ਦੇ ਵਿੱਚ ਸਹਾਇਤਾ ਨਹੀਂ ਕਰਨੀ, ਜਾਂ ਇਹਨਾਂ ਵਿੱਚੋਂ ਕਿਸੇ ਨੇ ਵੀ ਅਸਤਿਤ ਨਹੀਂ ਰਹਿਣਾ ਹੈ। ਸਾਥ ਲੜੇ ਤਿਨ ਨਾਠੀਆ, ਉਹਨਾਂ ਪ੍ਰਾਹੁਣੇ ਤੇ ਪ੍ਰਾਹੁਣੀਆਂ ਦੇ, ਪੂਰਾਂ ਦੇ ਪੂਰ, ਸਾਥਾਂ ਦੇ ਸਾਥ, ਕਾਫਲਿਆਂ ਦੇ ਕਾਫਲੇ ਲੱਦੇ ਜਾ ਰਹੇ ਹਨ। ਭੀੜ ਘਣੀ ਦਰਿਆਓ, ਅਤੇ ਬਹਿਤਰਨੀ ਨਦੀ ਉੱਤੇ ਪਾਪੀ ਜੀਵਾਂ ਦੀ ਘਣੀ ਸੰਘਣੀ ਬਹੁਤੀ ਭੀੜ ਹੋ ਰਹੀ ਹੈ। ਜਾਂ ਬਹਿਤਰਨੀ ਨਦੀ ਤੋਂ ਸੰਸਾਰ ਦਰਿਆਓ ਸਮੁੰਦਰ ਤੋਂ ਪਾਰ ਲੰਘਣ ਵੇਲੇ ਬੜੀ ਭਾਰੀ ਭੀੜ ਬਿਪਤਾ ਪੈ ਰਹੀ ਹੈ। ਸਾਚੋ ਰੰਗ ਰੰਗਾ ਵਾਲੋ, ਇਹ ਸਖੀਓ, ਸੱਚਾ ਪਰਮੇਸ਼ਰ ਆਪ ਆਨੰਦ ਸਰੂਪ ਹੈ। ਆਪਣੇ ਆਨੰਦ ਸਰੂਪ ਦੇ ਵਿੱਚ ਅਧਿਕਾਰੀ ਜਨਾਂ ਨੂੰ ਰੰਗਣ ਵਾਲਾ ਹੈ। ਜਾਂ ਰੰਗ ਆਵਲੋ, ਪ੍ਰੇਮ ਰੂਪੀ ਰੰਗ ਦੀ ਪੰਕਤੀ ਵਿੱਚ ਰੰਗਣ ਵਾਲਾ ਆਨੰਦੀ ਸਰੂਪ ਹੈ। ਸਖੀ ਹਮਾਰੋ ਕੰਤਾ, ਇਹ ਸਖੀਓ, ਸਾਡਾ ਕੰਤ ਪਤੀ ਪਰਮੇਸ਼ਰ ਐਸਾ ਹੈ। ਸੱਚ ਵਿਛੋੜਾ ਨਾ ਥੀਆ, ਸੋ ਪਾਸ਼ਾ ਜੀ ਫਰਮਾਉਂਦੇ ਨੇ, ਸੋ ਸਾਹੁ ਰੰਗ ਰਵੰਤ, ਉਸ ਸਾਹੁ ਪਤੀ ਪਰਮੇਸ਼ਰ ਦੇ ਜਸ ਨੂੰ ਜਗਿਆਸੁ ਰੂਪ ਇਸਤਰੀ ਰੰਗ ਕਹੀਏ ਪ੍ਰੇਮ ਦੇ ਨਾਲ ਰਵੰਤ ਉਚਾਰਦੀ ਹੈ। ਜਾਂ ਉਸ ਪਤੀ ਪਰਮੇਸ਼ਰ ਨੂੰ ਹਰੇਕ ਰੰਗ ਦੇ ਵਿੱਚ ਰਵੰਤ ਰਮਿਆ ਹੋਇਆ, ਮਿਲਿਆ ਹੋਇਆ ਜਾਣਦੀ ਹੈ। ਜਾਂ ਉਸ ਪਤੀ ਪਰਮੇਸ਼ਰ ਦੇ ਰੰਗ ਆਨੰਦ ਦੇ ਵਿੱਚ ਰਮੀ ਹੋਈ, ਰਚੀ ਹੋਈ ਹੈ। ਉਸ ਦਾ ਸੱਚੇ ਨਾਮ, ਸੱਚੇ ਸਰੂਪ ਦੇ ਨਾਲੋਂ ਮਸ਼ਹੂੜਾ ਨਹੀਂ ਹੁੰਦਾ ਹੈ। ਸਭੇ ਰੁੱਤੀ ਚੰਗੀਆ, ਸਾਰੀਆਂ ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ ਆਦਿਕ ਜਾਂ ਪ੍ਰਤੱਖ ਰੂਪੀ ਜਾਂ ਅਵਸਥਾ, ਮਨੁੱਖਾ ਜਨਮ ਰੂਪੀ ਰੁੱਤਾਂ, ਇਹ ਚੰਗੀਆਂ ਭਲੀਆਂ ਨੇ। ਜਿਤ ਸੱਚੇ ਸਿਉ ਨੇਹਾ, ਜਿਸ ਰੁੱਤਾਂ ਦੇ ਵਿੱਚ ਜਗਿਆਸੁ ਰੂਪ ਇਸਤਰੀ ਦਾ ਸੱਚੇ ਪਤੀ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਵੇ। ਸਾ ਧਨ ਕੰਤ ਪਛਾਣਿਆ, ਉਸ ਜਗਿਆਸੁ ਰੂਪ ਇਸਤਰੀ ਨੇ ਪਤੀ ਪਰਮੇਸ਼ਰ ਨੂੰ ਪਹਿਚਾਨਣਾ ਕੀਤਾ ਹੈ। ਅਭਾਸ ਬਿਰਤੀ ਰੂਪ ਇਸਤਰੀ ਨੇ ਸਾਖੀ ਚਿਤ ਰੂਪ ਪਤੀ ਪਰਮੇਸ਼ਰ ਨੂੰ ਪਛਾਨਣਾ ਕੀਤਾ ਹੈ। ਸੁਖ ਸੁੱਤੀ ਨਿਸਡੇ ਹੋ, ਉਹ ਨਿਸ ਰਾਤ ਦੇਹੋ ਦਿਨੇ ਨਿਰਵਿਕਲਪ ਸਮਾਧੀ ਦੇ ਸੁਖ ਆਨੰਦ ਦੇ ਵਿੱਚ ਸੁਤੀ ਹੋਈ ਹੈ, ਸੁਖ ਦੇ ਸਹਿਤ ਬਿਰਾਜਦੀ ਹੈ। ਜਾਂ ਉਸ ਨੂੰ ਵਿਦਿਆ ਰੂਪ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਗਿਆ ਹੈ। ਪਤਨ ਕੂਕੇ ਪਾਤਣੀ, ਜਿਵੇਂ ਪਤਨ ਦਰਿਆ ਤੋਂ ਪਾਰ ਹੋਣ ਵਾਲਾ ਸਥਾਨ ਅਤੇ ਪਾਤਨੀ ਮਲਾਹ ਪੁਕਾਰ ਕੇ ਕਹਿੰਦਾ ਕਿ ਹੇ ਲੋਕੋ, ਦਰਿਆ ਤੋਂ ਪਾਰ ਹੋਣ ਲਈ ਬੇੜਾ ਤਿਆਰ ਹੈ, ਜਲਦੀ ਆਵੋ। ਵੰਜਾਹੋ ਤਰੁਕ ਵਿਲਾੜ, ਤਰੁਕ ਛੇਤੀ ਆਓ, ਵਿਲਾੜ ਸ਼ੀਘਰ ਆਓ, ਅਤੇ ਦਰਿਆ ਤੋਂ ਪਾਰ ਮੰਨਿਓ ਲੰਘ ਜਾਵੋ, ਕਿਉਂਕਿ ਵੇ ਵਿਸ਼ੇਸ਼ ਕਰਕੇ ਲਾਡਾਂ ਵਿੱਚ ਪਏ ਹੋ। ਤਰੁਕ ਜਲਦੀ ਆਵੋ ਅਤੇ ਪਾਰ ਮੰਨਿਓ, ਪਾਰ ਲੰਘ ਜਾਵੋ। ਜਾਂ ਤਰੁਕ ਛੇਤੀ ਮੰਨਿਓ ਲੰਘ ਚੱਲੋ, ਵਿਲਾੜ ਖਲੋਤੇ ਕਿਉਂ ਹੋ। ਇਸੇ ਪ੍ਰਕਾਰ ਪਤਨ ਕੂਕੇ ਪਾਤਾਣੀ, ਸੰਸਾਰ ਰੂਪੀ ਤਾਂ ਦਰਿਆ ਹੈ। ਇਸ ਸੰਸਾਰ ਰੂਪ ਦਰਿਆ ਦੇ ਵੈਰਾਗ ਰੂਪੀ ਪਤਨ ਉੱਤੇ ਗੁਰੂ ਰੂਪੀ ਮਲਾਹ ਪੁਕਾਰ ਕੇ ਕਹਿ ਰਹੇ ਨੇ, ਵੰਜਾਹੋ ਤਰੁਕ ਵਿਲਾੜ। ਇਹ ਭਾਈ, ਸੰਸਾਰ ਰੂਪ ਦਰਿਆ ਤੋਂ ਪਾਰ ਹੋਣ ਲਈ ਸ਼ਬਦ ਰੂਪ ਬੇੜਾ ਤਿਆਰ ਜੇ। ਮੰਨਿਓ ਚੱਲੋ,
ਤੁਹਾਨੂੰ ਤੁਰਕ ਸ਼ੀਘਰ ਪਾਰ ਵਿਲਾੜ ਲੰਘਾ ਦਈਏ, ਜਾਂ ਵਿਲਾੜ ਖਰਾਬੜੀਆਂ ਕਿਉਂ ਕਰਦੇ ਹੋ? ਤੁਰਕ ਜਲਦੀ ਆਵੋ ਅਤੇ ਸੰਸਾਰ ਦਰਿਆ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ 'ਤੇ ਲੰਘ ਜਾਵੋ, ਪਹੁੰਚ ਜਾਵੋ। ਜਾਂ ਵਿਲਾੜ ਖੜੋਤੇ ਖੜੋਤੇ ਭਾਵ ਸੋਚਾਂ ਵਿੱਚ ਕਿਉਂ ਪਏ ਹੋਏ ਹੋ? ਛੇਤੀ ਆਵੋ ਅਤੇ ਸੰਸਾਰ ਦਰਿਆ ਤੋਂ ਪਾਰ ਹੋ ਜਾਵੋ। ਇਸੇ ਪ੍ਰਕਾਰ ਪਤਨ ਕੂਕੇ ਪਾਤਾਣੀ, ਜਿਵੇਂ ਪਤਨ ਉੱਤੇ ਮਲਾ ਪੁਕਾਰਦਾ ਹੈ ਕਿ ਹੇ ਲੋਕੋ ਤੁਰਕ ਵੰਜਾਹੁ ਤੁਰਕ ਵਿਲਾੜ, ਤੁਰਕ ਦੌੜ ਕੇ ਚੱਲੇ ਆਵੋ, ਤੁਹਾਨੂੰ ਦਰਿਆ ਤੋਂ ਪਾਰ ਵਿਲਾੜ ਲੰਘਾ ਦਈਏ। ਜਾਂ ਦੌੜ ਕਰਕੇ ਵਿਲਾੜ ਵੰਜੋਂ ਲੰਘ ਜਾਵੋ। ਇਸੇ ਪ੍ਰਕਾਰ ਦਰਿਆ ਦਾ ਵੈਰਾਗ ਰੂਪੀ ਪਤਨ ਹੈ। ਇਸ ਪਤਨ ਉੱਤੇ ਸਥਿਤ ਹੋਏ ਗੁਰੂ ਰੂਪ ਮਲਾ ਪੁਕਾਰ ਕੇ ਭਾਵ ਉਪਦੇਸ਼ ਕਥਨ ਕਰਦੇ ਹਨ ਕਿ ਹੇ ਜਗਿਆਸੂ ਜਨੋ, ਦੌੜ ਕਰਕੇ ਭਾਵ ਸਾਧਨ ਕਰਕੇ ਸੰਸਾਰ ਦਰਿਆ ਤੋਂ ਪਾਰ ਲੰਘ ਜਾਵੋ। ਜਾਂ ਸੰਸਾਰ ਵੱਲੋਂ ਦੌੜ ਕੇ ਆਵੋ, ਫਿਰ ਤੁਹਾਨੂੰ ਉਪਦੇਸ਼ ਦੇ ਕੇ ਪੰਗਾ ਪਾਰ ਲੰਘਾ ਦਈਏ। ਪਾਰ ਪਵੰਦੜੇ ਡੇਠਮ, ਜੋ ਸਤਿਗੁਰੂ ਜੀ ਮਹਾਰਾਜ ਦੇ ਚਰਨੀ ਲੱਗੇ ਨੇ, ਸਤਿਗੁਰ ਬੋਹਿਤ ਚਾੜ, ਉਹਨਾਂ ਨੂੰ ਸਤਿਗੁਰੂ ਜੀ ਨੇ ਨਾਮ ਦਾ ਜਾਂ ਗਿਆਨ ਰੂਪੀ ਜਹਾਜ਼ ਉੱਤੇ ਚਾੜਨਾ ਕੀਤਾ। ਉਹ ਮੈਂ ਸੰਸਾਰ ਦਰਿਆ ਤੋਂ ਪਾਰ ਪੈਂਦੇ ਵੇਖਣਾ ਕੀਤੇ ਨੇ। ਜੋ ਸਤਿਗੁਰੂ ਜੀ ਦੇ ਚਰਨ ਨੇ ਇੱਕ ਜਹਾਜ਼ ਦੀ ਤਰ੍ਹਾਂ ਨੇ, ਜਾਂ ਸਤਿਗੁਰੂ ਜੀ ਦਾ ਸ਼ਬਦ ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਜਿਹੜਾ ਹਿਰਦੇ ਵਿੱਚ ਸਤਿਗੁਰੂ ਜੀ ਦਾ ਸ਼ਬਦ ਹੈ, ਇਹੀ ਸਤਿਗੁਰੂ ਜੀ ਦੇ ਚਰਨ ਨੇ। ਇਹ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮੰਦੇ ਗੁਰ ਪਾਰ ਉਤਾਰਨ ਹਾਰ। ਇਹ ਜਿਹੜੇ ਮਹਾਰਾਜ ਦੇ ਚਰਨਾਂ ਦੇ ਜਹਾਜ਼ 'ਤੇ ਜਾਂ ਸ਼ਬਦ ਰੂਪੀ ਜਹਾਜ਼ 'ਤੇ ਚੜੇ ਨੇ, ਉਹ ਮੈਂ ਸੰਸਾਰ ਦਰਿਆ ਤੋਂ ਪਾਰ ਹੁੰਦੇ ਵੇਖੇ ਹਨ। ਇੱਕ ਨੀ ਲੱਦਿਆ ਇੱਕ ਲੱਦ ਗਏ, ਸੋ ਗੁਰੂ ਜੀ ਕਹਿੰਦੇ ਨੇ ਕਿ ਇਕਰਾਂ ਨੇ ਭਾਰ ਲੱਦਿਆ ਹੋਇਆ ਹੈ। ਕੀ ਭਾਰ ਲੱਦਿਆ ਹੈ? ਭਾਵ ਸੰਸਾਰ ਤੋਂ ਕੂਚ ਕਰਨ ਨੂੰ, ਮਤਲਬ ਮਰਨ ਨੂੰ ਤਿਆਰ ਖੜੇ ਨੇ, ਅਤੇ ਇੱਕ ਲੱਦ ਕੇ ਲੈ ਗਏ ਆਪ ਦਾ ਭਾਰ ਕਿਹੜਾ? ਪੁੰਨਾਂ ਦੇ ਪਾਪਾਂ ਦਾ। ਮਤਲਬ ਮਰ ਕੇ ਪਰਲੋਕ ਨੂੰ ਚਲੇ ਗਏ ਨੇ। ਤੇ ਇੱਕ ਦੱਸਦੇ ਹਨ, ਇੱਕ ਪਾਰੇ ਪਰ ਨਾਲ, ਇੱਕ ਪਾਪਾਂ ਕਰਕੇ ਪਾਰੇ ਹੋਏ ਸੰਸਾਰ ਪਰ ਨਾਲ ਸਮੁੰਦਰ ਦੇ ਵਿੱਚ ਡੁੱਬ ਰਹੇ ਨੇ। ਭਾਵ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਹੇ ਨੇ। ਜਾਂ ਇੱਕ ਪਾਪਾਂ ਰੂਪੀ ਭਾਰ ਦੇ ਨਾਲ ਸਮੇਤ ਭਾਰੇ ਹੋ ਰਹੇ ਨੇ, ਪਾਪਾਂ ਨੂੰ ਇਕੱਤਰ ਕਰ ਰਹੇ ਨੇ। ਆਮ ਤੌਰ 'ਤੇ ਦੁਨੀਆ ਦੀ ਕਹਾਵਤ ਹੈ, ਕਹਿੰਦੇ ਇਨਸਾਨ ਨਾ ਕੁਝ ਲੈ ਕੇ ਆਇਆ ਅਤੇ ਨਾ ਕੁਝ ਲੈ ਕੇ ਜਾਣਾ ਹੈ। ਪਰ ਨਹੀਂ, ਇਹ ਗੱਲ ਝੂਠੀ ਹੈ ਗੁਰਬਾਣੀ ਦੇ ਮੁਤਾਬਕ। ਕਿਉਂਕਿ ਜਿਹੜੀ ਗੁਰਬਾਣੀ ਹੈ ਇਹ ਸਾਨੂੰ ਦੱਸਦੀ ਹੈ ਕਿ ਕਿਰਤ ਕਰਮ ਕੇ ਵਿਛੜੇ। ਜੀਵ ਆਪਣੇ ਚੰਗੇ ਮੰਦੇ ਕਰਮ ਕਰਕੇ ਰੱਬ ਨਾਲੋਂ ਵਿਛੜੇ ਹੋਏ ਨੇ। ਮਤਲਬ ਜੀਵ ਆਤਮਾ ਪਰਮਾਤਮਾ ਨਾਲੋਂ ਵਿਛੜ ਕੇ 84 ਲੱਖ ਜੂਨਾਂ ਭੋਗਦੀ ਹੈ। ਇਹ ਜੀਵ ਲੈ ਕੇ ਵੀ ਆਇਆ ਹੈ, ਖਾਲੀ ਹੱਥ ਨਹੀਂ ਆਇਆ। ਕੀ ਲੈ ਕੇ ਆਇਆ? ਸਵਾਸਾਂ ਰੂਪੀ ਪੂੰਜੀ ਲੈ ਕੇ ਆਇਆ ਹੈ। ਰੱਬ ਨੇ ਪੈਸੇ ਦਿੱਤੇ ਨੇ ਕਿ ਇਹਨਾਂ ਸਵਾਸਾਂ ਰੂਪੀ ਪੈਸਿਆਂ ਦੇ ਨਾਲ ਤੁਸਾਂ ਨੇ ਨਾਮ ਦਾ ਵਣਜ ਕਰਨਾ ਹੈ, ਚੰਗੇ ਕਰਮ ਕਰਨੇ ਨੇ। ngਣ ਕਾਲੇ ਸਭ ਦਿਵਸ ਸਾਸ, ਦਿਨ ਤੇ ਸਵਾਸ ਲੈ ਕੇ ਆਇਆ। ਨਹਿ ਵੱਢਣ ਘਟਣ ਦਿਲ ਸਾਰ, ਉਹਦੇ 'ਚ ਵਾਧਾ ਘਾਟਾ ਕੋਈ ਨਹੀਂ ਹੋ ਸਕਦਾ। ਜੀਵਨ ਲੋ ਰਹਿ ਪਰਮ ਮੋਹ,
ਨਾਨਕ ਦੇਉ ਗਵਾਰ। ਲੈ ਕੇ ਕੀ ਜਾਂਦਾ? ਖਾਲੀ ਹੱਥ ਨਹੀਂ ਜਾਂਦਾ, ਇਹ ਆਪਦੇ ਪਾਪ ਤੇ ਪੁੰਨ ਨਾਲ ਲੈ ਕੇ ਜਾਂਦਾ ਹੈ ਜੋ ਇਹਨੇ ਕਰਮ ਕੀਤੇ ਨੇ। ਅਮਲ ਸਿਰਾਨੋ ਲੇਖਾ ਦੇਣਾ, ਉੱਥੇ ਲੇਖਾ ਦੇਣ ਵਾਸਤੇ ਜਾਂਦਾ ਹੈ। ਪੰਡਾਂ ਦੀਆਂ ਪੰਡਾਂ ਭਰ ਕੇ ਲੈ ਕੇ ਜਾਂਦਾ, ਪਾਪਾਂ ਦੀਆਂ ਪੰਡਾਂ, ਪੁੰਨਾਂ ਦੀਆਂ ਪੰਡਾਂ। ਉਹਦੇ ਮੁਤਾਬਕ ਧਰਮਰਾਜੀ ਦੀ ਦਰਗਾਹ ਵਿੱਚ ਲਿਖਾ ਹੁੰਦਾ ਹੈ, ਕਿਉਂਕਿ ਧਰਮਰਾਜ ਨੂੰ ਹੁਕਮ ਹੈ ਵਹਿ ਸੱਚਾ ਧਰਮ ਵਿਚਾਰ, ਦੂਜੇ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮਰਾਜੀ ਦੀ ਸਰਕਾਰ ਦਵੈਤ ਭਾਵ ਵਾਲਿਆਂ 'ਤੇ ਹੈ। ਅੱਗੇ ਜਮਕਾਲ ਲੇਖਾ ਲੇਵੈ, ਜਿਉ ਤਿਲ ਕਹਾਣੀ ਪੀੜਾਈਂਦਾ, ਅੱਗੇ ਜਮਕਾਲ ਲੇਖਾ ਲੈਂਦਾ ਹੈ। ਜਿਵੇਂ ਕਹਾਣੀ ਵਿੱਚ ਤਿਲ ਪੀੜੇ ਦੇ ਨੇ, ਇਸ ਤਰ੍ਹਾਂ ਬੰਦਾ ਪੀੜਿਆ ਜਾਂਦਾ। ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਬੰਦੇ ਨੂੰ ਫੜਨ ਵਾਲੇ 2 ਯਮਦੂਤ ਪੱਕੇ ਆਉਂਦੇ ਨੇ। ਜੇ ਬਹੁਤਾ ਕੋਈ ਪਾਟੇ ਖਾਂ ਨਾਢੇ ਖਾਂ ਹੋਵੇ, ਉਹਨੂੰ 4 ਲੈਣ ਆਉਂਦੇ ਨੇ। ਗੋਡਾ ਅਤੇ ਇੱਕ ਸੁੰਨ ਮਾਉਣ ਵਾਲੇ 2 ਮਗਰ ਅਤੇ 2 ਸੱਜੇ ਖੱਬੇ, ਇਉਂ ਡੰਡਾ ਪਕੜ ਕੇ ਚੰਗਾ ਜੂਤ ਪ੍ਰਦਾਨ ਕਰਦੇ। ਬੁਰੀ ਹਾਲਤ ਨਾਲ ਲਿਜਾਂਦੇ ਨੇ, ਮੂੰਹ 'ਚੋਂ ਝੱਗ ਵਗਦੀ ਹੈ, ਅੱਖਾਂ 'ਚੋਂ ਪਾਣੀ, ਬੁਰੀ ਹਾਲਤ, ਸਿਰ ਖਿਲ ਰਿਹਾ, ਬਾਜ਼ੀਆਂ ਲਵਾਉਂਦੇ ਜਾਂਦੇ ਨੇ। ਕਹਿੰਦੇ ਅਮਲ ਸਿਰਾਨੋ ਲੇਖਾ ਦੇਣਾ। ਕੌਣ ਕਹਿੰਦਾ ਬੰਦਾ ਖਾਲੀ ਹੱਥ ਜਾਂਦਾ? ਪੰਡਾਂ ਦੀਆਂ ਪੰਡਾਂ ਭਰ ਕੇ ਲਿਜਾਂਦਾ, ਪਾਪਾਂ ਦੇ ਪੁੰਨਾਂ ਦੀਆਂ। ਅਮਲ ਸਿਰਾਨੋ ਲੇਖਾ ਦੇਣਾ, ਅਮਲ ਕਰਮਾਂ ਦਾ ਨਾਮ ਹੈ। ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਾਹਾਂ ਗਵਾਇਆ, ਚਲੋ ਸਿਤਾਬਦੀ ਬਾਣ ਨੂੰ ਬੁਲਾਇਆ। ਉੱਥੇ ਕਚਹਿਰੀ ਲੱਗੀ ਹੈ, ਛੇਤੀ ਚੱਲੋ, ਚੱਲ ਦਰ ਹਾਲ। ਜਿਸ ਹਾਲ ਵਿੱਚ ਹੈ ਉਸੇ ਹਾਲ ਵਿੱਚ ਹੀ ਉੱਠ ਕੇ ਤੁਰ ਪਾ। ਮਤਲਬ ਇਹ ਨਹੀਂ ਵੀ ਮੈਂ ਤਿਆਰੀ ਕਰ ਲਵਾਂ, ਫਲਾਣੀ ਚੀਜ਼ ਲੈ ਲਵਾਂ, ਬੈਗ ਤਿਆਰ ਕਰ ਲਵਾਂ, ਇਸ ਤਰ੍ਹਾਂ ਕੁਝ ਨਹੀਂ। ਫਲਾਣੀ ਨੂੰ ਸੁਨੇਹਾ ਦੇ ਦੇਵਾਂ, ਹੁਣੇ ਉੱਠ ਕੇ ਨਾਤਾ ਨਹੀਂ ਨਾਤਾ ਤੇ ਹੁਣੇ ਉੱਠ ਕੇ ਤੁਰ। ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ। ਹਰੀ ਦੀ ਦਰਗਾਹ ਦਾ ਹੁਕਮਨਾਮਾ ਆ ਗਿਆ। ਫਿਰ ਇਹ ਕਰੂੰ ਅਰਦਾਸ ਗਾਮ ਕਿਛ ਬਾਕੀ, ਅਰਦਾਸ ਕਰਦਾ ਹੈ ਕਿ ਪਿੰਡ ਦੇ ਵਿੱਚ ਮੇਰਾ ਬਕਾਇਆ ਰਹਿੰਦਾ ਹੈ। ਲਿਓ ਨਬੀ ਰਾਜ ਕੀ ਰਾਤੀ, ਅੱਜ ਦੀ ਰਾਤ ਮੈਨੂੰ ਦੇ ਦਿਓ, ਰਾਤੋਂ ਰਾਤ ਮੈਂ ਨਿਬੇੜ ਲਵਾਂਗਾ। ਕਿਛ ਵੀ ਖਰਚ ਤੁਮਾਰਾ ਸਾਰੋ, ਕਿਉਂਕਿ ਸਾਡਾ ਸੁਭਾਅ ਹੈ ਕਿ ਅਸੀਂ ਪੈਸੇ ਦੇ ਕੇ ਕੰਮ ਕਰਾ ਲੈਂਦੇ ਹਾਂ, ਜਿਹੜਾ ਕੰਮ ਨਾ ਹੋਵੇ ਉਹ ਰਿਸ਼ਵਤ ਦੇ ਕੇ ਹੋ ਜਾਂਦਾ। ਤੁਹਾਨੂੰ ਵੀ ਮੈਂ ਰਿਸ਼ਵਤ ਦੇ ਦਿਆਂਗਾ। ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਹੀਂ ਗੁਜ਼ਾਰੋ, ਸੁਬਹ ਮੈਨੂੰ ਸਰਾਂ ਦੇ ਵਿੱਚ ਨਿਵਾਜ ਗੁਜ਼ਾਰ ਲੈਣ ਦਿਓ। ਉਹ ਕਹਿੰਦੇ ਨਹੀਂ ਬਾਈ, ਹੁਣੇ ਚੱਲ। ਜਿੰਨੇ ਚਿਰ ਨੂੰ ਨਮਾਜ਼ ਦਾ ਟਾਈਮ ਹੋਣਾ, ਉਹਨੇ ਜਿਹਨੂੰ ਤਾਂ ਬੇਤਰਨੀ ਨਦੀ 'ਤੇ ਆਪਾਂ ਪਹੁੰਚ ਜਾਣਾ ਹੈ। ਇਸ ਵਾਸਤੇ ਫਰੀਦ ਸਾਹਿਬ ਜੀ ਦਾ ਬਚਨ ਹੈ, ਫਰੀਦਾ ਵੇਖ ਕਮਾ ਹੈ ਜੇ ਥੀਆ, ਜੇ ਸਿਰ ਥੀਆ ਤਲਾਹ, ਕਮਦ ਅਰ ਕਾਗਦ ਕੁੰਨੇ ਕੋਈ ਲਿਆ ਹੈ, ਮੰਦੀ ਅਮਲ ਕਰਿੰਦਿਆ ਇਹ ਸਜਾਇਤ ਨਾ ਹੈ। ਕਪਾਹ ਦੀ ਹਾਲਤ ਵੇਖੋ ਕੀ ਹੋਈ, ਕਾਗਜ਼ ਦੀ ਹਾਲਤ ਕੀ ਹੋਈ, ਤੌੜੇ ਥੱਲੇ ਬਲ ਰਹੇ ਕੋਲਿਆਂ ਦੀ ਹਾਲਤ ਵੇਖੋ ਕੀ ਬਣਦੀ ਹੈ, ਕਮਾਦ ਦੀ ਹਾਲਤ ਵੇਖੋ ਕੀ ਹੁੰਦੀ। ਸੋ ਜਿਸ ਤਰ੍ਹਾਂ ਕਮਾਦ ਨਪੀੜਿਆ ਜਾਂਦਾ, ਫਿਰ ਉਹਦੇ ਰਸ ਨੂੰ ਕਾੜ ਕੇ ਗੁੜ ਬਣਾਇਆ ਜਾਂਦਾ। ਕਪਾਹ ਨੂੰ ਵੇਖੋ ਪਿੰਜ ਕੇ ਸੂਤ ਬਣਾ ਕੇ ਕੱਤ ਕੇ ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੈ। ਇਸ ਤਰੀਕੇ ਦੇ ਨਾਲ ਸੋ ਕੱਪੜਾ ਬਣਾਇਆ ਜਾਂਦਾ। ਕਿੰਨੀ ਉਹਨੂੰ ਮਸ਼ੱਕਤ ਕਰਨੀ ਪੈਂਦੀ ਹੈ। ਕਾਗਜ਼ ਵੇਖੋ ਕਿੰਨੀਆਂ ਮਸ਼ੀਨਾਂ ਥਾਣੀ ਲੰਘ ਕੇ ਪ੍ਰੈਸ ਹੋ ਕੇ ਆਪ ਦਾ ਗਵਾ ਕੇ ਫਿਰ ਉਹ ਕਿਸੇ ਦੇ ਕੰਮ ਆਉਂਦਾ। ਇਉਂ ਮੰਦੇ ਅਮਲ ਕਰਿੰਦਿਆਂ ਇਹ ਸਜਾਇਤ ਨਾ ਹੈ। ਮਾੜੇ ਕੰਮ ਕਰਦਿਆਂ ਹੋਇਆਂ ਰੱਬ ਦੇ ਘਰ ਵਿੱਚ ਇਹ ਤਿੰਨਾਂ ਪੁਰਖਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਸੋ ਇਸ ਲਈ ਮਹਾਰਾਜ ਕਹਿੰਦੇ ਨੇ ਇੱਕ ਨਹੀਂ ਲੱਦਿਆ ਹਿੱਕ ਲੱਦ ਗਏ। ਇੱਕ ਤਾਂ ਪਾਪਾਂ ਦੇ ਭਾਰ ਨਾਲ ਲੱਦੇ ਹੋਏ ਨੇ, ਇੱਕ ਲੱਦ ਕੇ ਚਲੇ ਵੀ ਗਏ ਨੇ।
ਤੇ ਇੱਕ ਭਾਰੇ ਪਰ ਨਾਲ ਇੱਕ ਭਾਰ ਦੀਆਂ ਬੰਡਾਂ ਬੰਨ ਕੇ ਏਅਰਪੋਰਟ ਤੇ ਖੜੇ ਨੇ, ਸਮੁੰਦਰ ਦੇ ਕਿਨਾਰੇ ਤੇ ਜਿੱਥੋਂ ਜਹਾਜ਼ ਚੱਲਦੇ ਨੇ ਪਰ ਲੋਕ ਨੂੰ ਉੱਥੇ ਖੜੇ ਹੋਏ ਹਨ। ਸੋ ਭਾਰਾਂ ਦੇ ਨਾਲ ਸਮੁੰਦਰ ਦੇ ਵਿੱਚ ਡੁੱਬ ਰਹੇ ਹਨ। ਇਸੇ ਪ੍ਰਕਾਰ ਕੰਨੀ ਲੱਦਿਆ ਹਿਕ ਲੱਦ ਗਏ। ਇੱਕ ਨਾ ਨੇ ਗੁਰ ਉਪਦੇਸ਼ ਦੁਆਰਾ ਸ਼ਰਵਣ ਗਿਆਨ ਨੂੰ ਲੱਦੀ ਹੈ, ਇੱਕ ਸ਼ਰਵਣ ਮੰਨਣ ਨਿਧਿਆਸਨ ਗਿਆਨ ਨੂੰ ਲੱਦ ਅਤੇ ਦੇਹ ਮਾਨ ਤੋਂ ਰਹਿਤ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਇੱਕ ਭਾਰੇ ਪਰ ਨਾਲ ਅਤੇ ਇੱਕ ਸੰਸਾਰ ਸਮੁੰਦਰ ਦੇ ਭਾਰ ਨੂੰ ਪਾਰ ਕਰਨ ਵਾਸਤੇ ਜਾਂ ਭਾਰੇ ਇੰਦਰੀਆਂ ਦਾ ਦਮਨ ਕਰਨ ਲਈ ਵੈਰਾਗ ਵਿਵੇਕ ਰੂਪ ਸਾਧਨ ਕਰ ਰਹੇ ਹਨ। ਜਿਨਨੇ ਸੱਚ ਵਣੰਜਿਆ, ਜਿਨ੍ਹਾਂ ਨੇ ਸੱਚੇ ਨਾਮ ਨੂੰ ਗੁਰੂ ਸਾਹਿਬ ਜੀ ਦੇ ਪਾਸੋਂ ਖਰੀਦਣਾ ਕੀਤਾ ਹੈ, ਸੇ ਸੱਚੇ ਪ੍ਰਭ ਨਾਲ ਉਹ ਸੱਚੇ ਪਰਮੇਸ਼ਰ ਦੇ ਨਾਲ ਮਿਲ ਗਏ ਨੇ, ਭਾਵ ਪਰਮੇਸ਼ਰ ਦੇ ਨਾਲ ਅਭੇਦ ਹੋ ਗਏ ਹਨ। ਨਾ ਹਮ ਚੰਗੇ ਆਖੀਆ ਹੈ, ਅਸੀਂ ਗੁਣਾਂ ਤੋਂ ਹੀਣ ਹੋਣ ਕਰਕੇ ਚੰਗੇ ਵੀ ਨਹੀਂ ਕਹੀਦੇ। ਬੁਰੇ ਨਾ ਬੁਰਾ ਨਾ ਦਿਸੈ ਕੋਏ, ਅਤੇ ਔਗਣਾਂ ਦੇ ਭਰੇ ਹੋਣ ਕਾਰਨ ਸਾਥੋਂ ਛੋਟੇ ਹੋਰ ਕੋਈ ਬੁਰਾ ਭੈੜਾ ਵੀ ਨਹੀਂ ਦਿਖਦਾ ਹੈ। ਇਸੇ ਪ੍ਰਕਾਰ ਨਾ ਹਮ ਚੰਗੇ ਆਖੀਆ ਹੈ, ਅਸੀਂ ਪਦਾਰਥਾਂ ਦੀ ਹੰਗਤਾ ਵਾਲੇ ਜੀਵ ਚੰਗੇ ਵੀ ਨਹੀਂ ਕਹਾ ਸਕਦੇ। ਆਪਦੇ ਮੂੰਹ ਤੋਂ ਭਾਵੇਂ ਜਿੰਨੇ ਮਰਜ਼ੀ ਸੋ ਮੀਆਂ ਮਿੱਠੂ ਬਣੀ ਜਾਈਏ ਤੇ ਪਰ ਦੂਜਿਆਂ ਵਾਸਤੇ ਸਾਰਿਆਂ ਵਾਸਤੇ ਤਾਂ ਚੰਗੇ ਨਹੀਂ ਕਹੇ ਜਾਂਦੇ। ਬੁਰਾ ਨਾ ਦਿਸੈ ਕੋਏ, ਜਿਨ੍ਹਾਂ ਨੇ ਹੰਗਤਾ ਮਮਤਾ ਆਪਣੇ ਅੰਦਰੋਂ ਮੇੜ ਦੇਸੀ ਦਿੱਤੀ ਹੈ, ਉਹਨਾਂ ਦੀ ਦਰਦ ਵਿੱਚ ਕੋਈ ਵੀ ਬੁਰਾ ਨਹੀਂ ਦਿਖਦਾ ਹੈ। ਸੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਮਤ ਨਾਨਕ ਤਾਰੇ ਸੋਏ। ਨਾਨਕ ਹਉਮੈ ਮਾਰੀਐ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਹੇ ਭਾਈ, ਆਪਣੀ ਦੇਹ ਦੇ ਅੰਦਰੋਂ ਹਉਮੈ ਹੰਗਤਾ ਨੂੰ ਮਾਰੀਏ। ਸੱਚੇ ਜਿਹੜਾ ਸੋਏ, ਜਿਹੜਾ ਹੰਗਤਾ ਨੂੰ ਮਾਰੇਗਾ ਉਹ ਸੱਚੇ ਦਾ ਸਰੂਪ ਹੀ ਹੋ ਜਾਵੇਗਾ। ਮਾਰੂ ਮਹੱਲਾ ਪਹਿਲਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਅੰਦਰ ਸੱਚੇ ਦੇ ਸਰੂਪ ਦੇ ਵਿੱਚ ਅਭੇਦ ਹੋਣ ਵਾਲੇ ਗੁਰਮੁਖ ਜਨ ਦੀ ਅਵਸਥਾ ਬਿਆਨ ਕਰਦੇ ਹਨ। ਨਾ ਜਾਣ ਮੂਰਖ ਹੈ ਕੋਈ, ਮੈਂ ਨਹੀਂ ਜਾਣਦਾ ਕਿ ਕੋਈ ਮੂਰਖ ਬੇਸਮਝ ਹੈ, ਨਾ ਜਾਣ ਸਿਆਣਾ, ਨਾ ਹੀ ਮੈਂ ਜਾਣਦਾ ਕਿ ਕੋਈ ਵਾਕਾਂ ਦੀ ਚਤੁਰਾਈ ਨਾਲ ਸਿਆਣਪ ਦਿਖਾਉਣ ਵਾਲਾ ਸਿਆਣਾ ਹੈ। ਕਿਉਂਕਿ ਸੋ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਆਪਣੇ ਆਪ ਕੋਈ ਮੂਰਖ ਵੀ ਨਹੀਂ ਹੈ, ਆਪਣੇ ਆਪ ਕੋਈ ਸਿਆਣਾ ਵੀ ਨਹੀਂ ਹੈ। ਵਾਹਿਗੁਰੂ ਦੇ ਹੁਕਮ ਮੁਤਾਬਕ ਸਾਰੇ ਵਰਤ ਰਹੇ ਨੇ। ਜਿਹਨੂੰ ਰੱਬ ਨੇ ਮੂਰਖ ਬਣਾਇਆ ਉਹ ਮੂਰਖ ਹੈ, ਜਿਹਨੂੰ ਸਿਆਣਾ ਬਣਾਤਾ ਉਹ ਸਿਆਣਾ ਬਣ ਗਿਆ। ਸਦਾ ਸਾਹਿਬ ਕੈ ਰੰਗੇ ਰਾਤਾ, ਮੈਂ ਸਦਾ ਹਮੇਸ਼ਾ ਮਾਲਕ ਦੇ ਪ੍ਰੇਮ ਰੰਗ ਦੇ ਵਿੱਚ ਰਤਿਆ ਰਹਿੰਦਾ ਹਾਂ। ਆਣ ਦਿਨ ਨਾਮ ਵਖਾਣਾ, ਦਿਨ ਤੇ ਰਾਤ ਪਰਮੇਸ਼ਰ ਦੇ ਨਾਮ ਦਾ ਹੀ ਮੈਂ ਕਥਨ ਕਰਦਾ ਹਾਂ। ਬਾਬਾ ਮੂਰਖ ਹਾਂ, ਇਹ ਪਰਮੇਸ਼ਰ ਮੈਂ ਹੀ ਮੂਰਖ, ਸਭ ਦੇ ਨਾਲੋਂ ਮੈਂ ਹੀ ਬੇਸਮਝ ਹਾਂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਮੂਰਖ ਹਾਂ, ਚੰਗੇ ਨਹੀਂ ਹਾਂ ਤੇ ਕੋਈ ਬੁਰਾ ਨਹੀਂ ਹੈ।
ਜੋ ਦਿਸੈ ਸੋ ਤੇਰਾ ਰੋ, ਗੁਣ ਨਿਧਾਨ ਗੋਬਿੰਦ ਅਨੂਪ। ਨਾਵ ਬਲ ਜਾਓ, ਭਾਵੇਂ ਮੈਂ ਨਾਮ ਤੋਂ ਹੀਣੇ ਦੁਨੀਆ ਦੇ ਚਤੁਰ ਲੋਕਾਂ ਦੀ ਨਜ਼ਰ ਦੇ ਵਿੱਚ ਬੇਸਮਝਾਂ, ਪਰ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹੈ। ਮਤਲਬ ਜਿਹੜਾ ਵਾਹਿਗੁਰੂ ਨਾਮ ਜਪਦਾ, ਨਿਤਨੇਮ ਕਰਦਾ ਹੈ, ਉਹ ਮੂਰਖ ਨਹੀਂ ਕਿਹਾ ਜਾ ਸਕਦਾ। ਤੂੰ ਕਰਤਾ ਤੂੰ ਦਾਨਾ ਬੀਨਾ, ਹੇ ਪਰਮੇਸ਼ਰ, ਤੂੰ ਸਾਰੇ ਜਗਤ ਨੂੰ ਰਚਣ ਵਾਲਾ ਹੈ, ਸਭ ਦਾ ਦਾਨਾ ਗਿਆਤਾ ਹੈ, ਭਾਵ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ, ਅਤੇ ਬੀਨਾ ਦ੍ਰਿਸ਼ਟਾ ਰੂਪ ਹੈ, ਭਾਵ ਸਭ ਦੇ ਗੁਪਤ ਕੀਤੇ ਹੋਏ ਚੰਗੇ ਮੰਦੇ ਕਰਮਾਂ ਨੂੰ ਜਾਣਦਾ ਹੈ। ਤੇਰਾ ਨਾਮ ਤਰਾਓ, ਤੇਰੇ ਨਾਮ ਨਾਲ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮੂਰਖ ਸਿਆਣਾ ਏਕ ਹੈ, ਮੂਰਖ ਅਤੇ ਸਿਆਣਾ, ਮੂਰਖ ਭਾਵ ਤਮੋਗੁਣੀ ਪੁਰਖ, ਸਿਆਣਾ ਭਾਵ ਸਤੋਗੁਣੀ ਪੁਰਖ ਦਾ ਇੱਕੋ ਹੀ ਰੂਪ ਹੈ। ਏਕ ਜੋਤ ਦੁਇ ਨਾਉ, ਕਿਉਂਕਿ ਦੋਨਾਂ ਵਿੱਚ ਇੱਕੋ ਪਰਮੇਸ਼ਰ ਦੀ ਜੋਤ ਹੈ, ਪਰ ਨਾਮ ਵੱਖੋ ਵੱਖਰੇ ਗੁਣਾਂ ਕਰਕੇ ਦੋ ਪਏ ਹੋਏ ਹਨ। ਮੂਰਖਾ ਸਿਰ ਮੂਰਖ ਹੈ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜੇ ਮੰਨੇ ਨਾਹੀ ਨਾਉ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਮੰਨਦਾ ਹੈ, ਮੈਂ ਨਾ ਮੰਨੂ, ਉਹ ਮੂਰਖਾਂ ਵਿੱਚੋਂ ਸ਼੍ਰੋਮਣੀ ਮੂਰਖ ਪੁਰਖ ਹੈ। ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ? ਬੰਦਾ ਪੁੱਛੇ, ਫੌਜੀ ਵੀ ਵਰਦੀ ਪਾਉਂਦੇ ਹੀ ਨੇ, ਸਿਕਿਉਰਿਟੀ ਗਾਰਡ ਵੀ ਵਰਦੀ ਪਾਉਂਦੇ ਨੇ, ਹਰੇਕ ਦੀ ਯੂਨੀਫਾਰਮ ਹੈ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੀ 5 ਕਕਾਰੀ ਯੂਨੀਫਾਰਮ ਬਣਨ ਤੋਂ ਭਲਾ ਕਿਉਂ ਆਨੀ-ਕਾਨੀ ਕਰਦਾ ਹੈ ਗੁਰਮੁਖ? ਗੁਰਦੁਆਰੇ ਵੀ ਤਾਂ ਕੋਈ ਯੂਨੀਫਾਰਮ ਚੱਲਦੀ ਹੋਈ ਹੈ, ਗੁਰਮੁਖੀ ਬਾਣਾ 5 ਕਕਾਰੀ ਰਹਿਤ ਦੇ ਵਿੱਚ ਹਰੇਕ ਜਗ੍ਹਾ 'ਤੇ ਡਿਸਿਪਲਨ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵੀ ਕੁਝ ਨਿਯਮ ਨੇ। ਫਿਰ ਜੇ ਤੂੰ ਰੋਟੀ ਬਾਰ-ਬਾਰ ਖਾਂਦਾ ਹੈ, ਉਹੀ ਰੋਟੀ ਹੈ ਜਿਹੜੀ ਰਾਤ ਖਾ ਕੇ ਸੁੱਤੇ ਸੀਗੇ, ਅਤੇ ਫਿਰ ਕਿਉਂ ਪਕਾਈ? ਫਿਰ ਖਾਣ ਦੀ ਲੋੜ ਪੈ ਗਈ। ਦਿਨ ਦੇ ਵਿੱਚ 3 ਦਿਨ 4-4 ਵਾਰ ਖਾਂਦਾ ਹੈ, ਉਹੀ ਗੱਲਾਂ ਨੇ ਜਿਹੜੀ ਰਿਸ਼ਤੇਦਾਰੀਆਂ ਦੀਆਂ ਤੂੰ ਆਪਦੇ ਘਰ ਦੀਆਂ ਨਿੰਦਿਆ ਚੁਗਲੀ ਕਰਦਾ, ਉਹ ਵੀ ਤਾਂ ਬਾਰ-ਬਾਰ ਹੀ ਕਰਦਾ ਹੈ। ਮਤਲਬ ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਫਾਇਦਾ ਨਹੀਂ, ਕੰਮ ਵੀ ਤਾਂ ਬਾਰ-ਬਾਰ ਹੀ ਕਰਦਾ, ਉਹੀ ਕੰਮ ਹੈ। ਕੋਈ ਡਰਾਈਵਰ ਹੈ, ਕੋਈ ਮਕੈਨਿਕ ਹੈ, ਬੰਦਾ ਪੁੱਛੇ ਵੀ ਉਹ ਬਾਰ-ਬਾਰ ਕਿਉਂ ਕਰਦਾ? ਲਾਲਚ ਖਾਤਰ ਕਰਦਾ ਹੀ ਨਾ। ਤਾਂ ਇਸੇ ਤਰ੍ਹਾਂ ਜੇ ਵਾਹਿਗੁਰੂ ਵਾਹਿਗੁਰੂ ਮਹਾਰਾਜ ਨੇ ਕਹਿ ਦਿੱਤਾ ਤਾਂ ਕਿੰਨਾ ਕੁ ਹਰਜ ਹੈ? ਜਿਸ ਨੇ ਪਰਲੋਕ ਦੇ ਵਿੱਚ ਕੰਮ ਆਉਣਾ ਹੈ, ਇਹਦੇ ਨਾਲ ਸਮਾਂ ਅਤੇ ਸਵਾਸ ਸਫਲ ਹੋਣਗੇ। ਇਸ ਲਈ ਪਾਤਸ਼ਾਹ ਜੀ ਦਾ ਬਚਨ ਹੈ ਕਿ ਹਰੇਕ ਸਵਾਸ ਦੇ ਆਉਂਦਿਆਂ ਜਾਂਦਿਆਂ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ। ਤੂੰ ਸਵਾਸ ਸਵਾਸ ਬਾਰ-ਬਾਰ ਨਾਮ ਜਪਣ ਤੋਂ ਭਲਾ ਕਿਉਂ ਗੁਰੇਜ਼ ਕਰ ਰਿਹਾ ਹੈ? ਹੋਰ ਕੰਮ ਤੋਂ ਸਾਰੇ ਕਰਨ ਨੂੰ ਦਿਆਨ। ਇਸ ਲਈ ਸਭ ਤੋਂ ਮੂਰਖ ਬੰਦਾ ਉਹ ਹੈ ਜਿਹੜਾ ਡੇਲੀ 5 ਬਾਣੀਆਂ ਦਾ ਨਿਤਨੇਮ ਨਹੀਂ ਕਰਦਾ, ਸੁਧ ਰਹਿਰਾਸ ਸਾਹਿਬ ਦਾ ਪਾਠ ਨਹੀਂ ਕਰਦਾ, ਕੀਰਤਨ ਸੋਹਿਲਾ ਨਹੀਂ ਪੜ੍ਹਦਾ। ਸਭ ਤੋਂ ਵੱਡਾ ਬੰਦਾ ਮੂਰਖ ਉਹ ਹੈ ਜਿਹੜਾ ਪੜ੍ਹ ਲਿਖ ਕੇ ਆਪ ਦਾ ਬੇੜਾ ਆਪਣੇ ਹੱਥੀਂ ਗਰ ਕਰ ਰਿਹਾ। ਤੋ ਜਿਹੜਾ ਵਾਹਿਗੁਰੂ ਵਾਹਿਗੁਰੂ ਬਾਰ-ਬਾਰ ਨਹੀਂ ਕਰਦਾ, ਮੂਰਖ ਤਾਂ ਉਹ ਹੈ। ਅਤੇ ਗੁਰੂ ਘਰ ਦੇ ਜਿਹਨੂੰ ਕਮਲੇ ਮਸਤਾਨੇ ਕਹਿੰਦੇ ਨੇ, ਉਹ ਨਾਮ ਜਪਦੇ ਵਾਹਿਗੁਰੂ ਜੀ ਨੂੰ ਭਾ ਜਾਂਦੇ ਨੇ। ਗੁਰਦੁਆਰਾ ਨਾਉ ਪਾਈਆ, ਹੇ ਮਹਾਰਾਜ, ਪਰਮੇਸ਼ਰ ਦੇ ਨਾਮ ਦਾ ਮੰਨਣ ਕਿੱਥੋਂ ਹੁੰਦਾ ਹੈ? ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਪਾਈ ਦਾ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ,
ਜੇ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ। ਬਿਨ ਸਤਿਗੁਰ ਪੱਲੇ ਨਾ ਪਾਏ। ਸਤਿਗੁਰਾਂ ਦੀ ਸ਼ਰਨ ਪਏ ਤੋਂ ਬਿਨਾਂ ਹੋਰ ਕਿਸੇ ਵੀ ਯਤਨ ਨਾਲ ਅੰਤःਕਰਨ ਰੂਪੀ ਲੜ ਦੇ ਵਿੱਚ ਨਾਮ ਅੰਮ੍ਰਿਤ ਨਹੀਂ ਬਹਿੰਦਾ ਹੈ। ਫਿਰ ਨਾਮ ਪੱਲੇ ਕਿਵੇਂ ਬਹਿੰਦਾ ਹੈ? ਸਤਿਗੁਰ ਕੈ ਪਾਣੈ ਮਨ ਵਸੈ। ਜਦ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲਣੇ ਕਰਕੇ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਅਸਥਿਤ ਹੁੰਦਾ ਹੈ। ਤਾਂ ਅਹਨਸ ਰਹਿ ਲਿਵ ਲਾਏ। ਤਾਂ ਜੀਵ ਰਾਤ ਦਿਨੇ ਵਾਹਿਗੁਰੂ ਦੇ ਵਿੱਚ ਬਿਰਤੀ ਲਾ ਕੇ ਰਹਿੰਦਾ ਹੈ, ਭਾਵ ਬਿਰਤੀ ਜੋੜੀ ਰੱਖਦਾ ਹੈ। ਇਉਂ ਨਾਮ ਹਿਰਦੇ ਰੂ ਪੱਲੇ ਦੇ ਵਿੱਚ ਪੈਂਦਾ ਹੈ। ਰਾਜੰ ਰੰਗੰ ਰੂਪੰ ਮਾਲੰ। ਜੋ ਰਾਜ ਭਾਗ ਅਤੇ ਰੰਗਨ ਕੌਤਕ ਵੇਖਣ ਦੇ ਵਿੱਚ ਜਾਂ ਰੰਗ ਤਮਾਸ਼ੇ ਪਾਊਡਰ ਕਰੀਮਾਂ ਆਦਿਕ ਮਲ ਕੇ ਸੋਹਣੇ ਰੂਪ ਬਣਾਉਣ ਦੇ ਵਿੱਚ ਅਤੇ ਮਾਲੰ ਹਾਥੀ ਘੋੜੇ ਆਦਿਕ ਮਾਲ ਇਕੱਠੇ ਕਰਨ ਵਿੱਚ ਜੋਬਨ ਤੇ ਜੁਆਰੀ ਅਤੇ ਜਵਾਨੀ ਦੇ ਵਿੱਚ ਫਸੇ ਹੋਏ ਨੇ, ਤੇ ਉਹ ਸਭ ਜੁਆਰੀ ਜੂਏਬਾਜੀ ਦੀ ਖੇਡ ਹੈ। ਜਾਂ ਉਹ ਇਸ ਜੂਏ ਦੇ ਵਿੱਚ ਜਾਂ ਉਪਰੋਕਤ 5 ਜੁਆਰੀ ਨੇ, ਇਹਨਾਂ 5 ਵਿੱਚ ਆਪਣੇ ਮਨੁੱਖਾ ਜਨਮ ਦੀ ਬਾਜੀ ਹਾਰ ਰਹੇ ਨੇ, ਜਾਂ ਉਹ ਜੁਆਰੀ ਛਲੀਆ ਹੈ, ਉਹ ਪੁਰਖ ਇਹਨਾਂ ਵਿੱਚ ਲਾ ਕੇ ਛਲੀਏ ਹੋ ਰਹੇ ਹਨ। ਹੁਕਮੀ ਬਾਧੇ ਪਾਸਾ ਖੇਲਾ ਹੈ। ਜੀਵ ਹੁਕਮੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਬੱਝੇ ਹੋਏ ਤਿੰਨਾਂ ਗੁਣਾ ਰੂਪ ਪਾਸੇ ਦੀ ਖੇਡ ਹੀ ਖੇਡਦੇ ਹਨ। ਚੌਪੜ ਏਕਾ ਸਾਰੀ। ਸੰਸਾਰ ਇੱਕ ਚੌਪੜ ਹੈ ਤੇ ਜੀਵ ਰੂਪ ਨਰਦਾ ਨੇ ਜਾਂ 4 ਜੁਗਾਂ ਰੂਪ ਚੌਪੜ ਦੀ ਖੇਡ ਵਿੱਚ ਇੱਕੋ ਹੀ 84 ਲੱਖ ਜੂਨਾਂ ਰੂਪ ਖਾਨੇ ਅਤੇ ਜੀਵਾਂ ਰੂਪ ਨਰਦਾ ਹਨ। ਜਾਗਾ ਚਤੁਰ ਸਿਆਣਾ ਭਰਮ ਭੁਲਾਣਾ। ਭਾਵੇਂ ਜੀਵ ਜਗ ਸੰਸਾਰ ਵਿੱਚ ਵਾਕਾਂ ਦੀ ਚਤੁਰਾਈ ਕਰਕੇ ਆਪਣੇ ਆਪ ਨੂੰ ਚਤੁਰ ਅਤੇ ਬੁੱਧੀ ਦੀ ਸਿਆਣਪ ਕਰਕੇ ਸਿਆਣਾ ਕਹਾਉਂਦਾ ਹੈ, ਇਉਂ ਭਰਮ ਨੇ ਭੁਲਾਉਣਾ ਕੀਤਾ ਹੈ ਜਾਂ ਭਰਮ ਕਾਰਨ ਭੁੱਲਣ ਵਿੱਚ ਆ ਰਿਹਾ ਹੈ। ਨਾਉ ਪੰਡਤ ਪੜ੍ਹ ਗਾਵਾਰੀ। ਅਤੇ ਆਪਣਾ ਨਾਮ ਪੰਡਤ ਵਿਦਵਾਨ ਅਖਵਾਉਂਦਾ ਹੈ, ਪੜ੍ਹਾਈਆਂ ਵੀ ਪੜ੍ਹਦਾ ਹੈ, ਪਰ ਕੰਮ ਮੂਰਖਾਂ ਵਾਲੇ ਕਰਦਾ ਹੈ। ਨਾਉ ਵਿਸਾਰ ਹੈ ਵੇਦ ਸਮਲ ਹੈ। ਜੀਵ ਪਰਮੇਸ਼ਰ ਦਾ ਨਾਮ ਜਪਣਾ ਭੁੱਲੀ ਬੈਠਾ ਹੈ ਅਤੇ ਵੇਦਾਂ ਦੀ ਪੜ੍ਹਾਈ ਨੂੰ ਸੰਭਾਲਦਾ ਵਾਚਦਾ ਹੈ, ਜਾਂ ਵੇਦਾਂ ਦੇ ਕਰਮਕਾਂਡ ਉਪਾਸ਼ਨਾ ਦੇ ਗਿਆਨ ਨੂੰ ਸੰਭਾਲਦਾ ਹੈ ਅਤੇ ਵੇਦਾਂ ਨੂੰ ਮਹਾਰਾਜ ਕਹਿੰਦੇ ਨੇ ਵੇਖਾ ਭੁੱਲੇ ਲੇਖਾਰੀ। ਵੇਦਾਂ ਨੂੰ ਲੇਖਾਰੀ ਲਿਖਣ ਵਾਲੇ ਵਿਆਸ ਆਦਿ ਵੀ ਵਿਖ ਵਿਸ਼ਿਆਂ ਵਿੱਚ ਲਾ ਕੇ ਭੁੱਲ ਗਏ ਸਨ, ਜਾਂ ਵੇਦਾਂ ਨੂੰ ਉਚਾਰਨ ਵਾਲੇ ਬ੍ਰਹਮਾ ਆਦਿਕ ਵੀ ਵਿਸ਼ਿਆਂ ਵਿੱਚ ਲਾ ਕੇ ਭੁੱਲ ਗਏ ਸਨ। ਭਾਵ ਬ੍ਰਹਮਾ ਆਪਣੀ ਤਿਲੋਤਮਾ ਨਾਮੇ ਪੁੱਤਰੀ ਦੇ ਰੂਪ 'ਤੇ ਡੋਲ ਗਿਆ ਸੀ। ਕਲਰ ਖੇਤੀ ਤਰਵਰ ਕੰਠੇ। ਜਿਸ ਪ੍ਰਕਾਰ ਰੇਹੀ ਵਾਲੀ ਜ਼ਮੀਨ ਦੇ ਵਿੱਚ, ਕਲਰੀ ਜ਼ਮੀਨ ਵਿੱਚ ਖੇਤੀ ਬੀਜਣ ਵਾਲਾ ਕੀ ਲਾਭ ਪਾਉਣਾ ਕਰੇਗਾ, ਭਾਵ ਕੋਈ ਲਾਭ ਨਹੀਂ ਪਾ ਸਕਦਾ। ਇਸੇ ਪ੍ਰਕਾਰ ਕਲਰੀ ਜ਼ਮੀਨ ਵਤ ਨਸ਼ਰਦਕ ਹਿਰਦੇ ਵਾਲਾ ਪੁਰਖ ਸ਼ਰਵਣ ਮੰਨਣ ਰੂਪ ਖੇਤੀ ਬੀਜਣ ਉੱਤੇ ਕੀ ਲਾਭ ਪਾਵੇਗਾ, ਭਾਵ ਕੋਈ ਲਾਭ ਨਹੀਂ ਪਾ ਸਕਦਾ। ਤਰਵਰ ਕੰਠ, ਜਿਵੇਂ ਦਰਿਆ ਦੇ ਕੰਢੇ ਉੱਤੇ ਖੜੇ ਤਰਵਰ ਬ੍ਰਿਕਸ਼ ਦੀ ਕਿਤਨਾ ਚਿਰ ਦੀ ਉਮੀਦ, ਅੰਤ ਉਸਨੇ ਇੱਕ ਦਿਨ ਢਹਿ ਹੀ ਪੈਣਾ, ਡਿੱਗ ਹੀ ਪੈਣਾ ਹੈ। ਇਸੇ ਪ੍ਰਕਾਰ ਕਾਲ ਰੂਪ ਦਰਿਆ ਦੇ ਕਿਨਾਰੇ ਬ੍ਰਿਕਸ਼ ਰੂਪ ਸਰੀਰ ਨੇ ਕਿਤਨਾ ਕੁ ਚਿਰ ਕਾਇਮ ਰਹਿਣਾ ਹੈ।
ਭਾਵ ਅੰਤ ਨੂੰ ਟਹਿ ਜਾਣਾ, ਨਾਸ਼ ਹੀ ਹੋ ਜਾਣਾ ਹੈ। ਬਾਗਾ ਪਹਿਰ ਹੈ ਕਜਲ ਚਰੈ। ਜਿਵੇਂ ਬਾਗਾ ਚਿੱਟੇ ਕੱਪੜੇ ਪਹਿਨ ਕੇ ਤੇ ਕਾਲਖ ਵਾਲੀ ਕੋਠੀ ਨੂੰ ਝਾੜ ਨਾ ਕਰੇ ਤਾਂ ਉਹਦੇ ਬਸਤਰ ਕਾਲੇ ਹੋ ਜਾਂਦੇ ਨੇ। ਇਸੇ ਪ੍ਰਕਾਰ ਜੀਵ ਸਕਾਮ ਕਰਮਾਂ ਰੂਪੀ ਚਿੱਟੇ ਕੱਪੜੇ ਪਹਿਨ ਕੇ ਸੰਸਾਰ ਰੂਪੀ ਕਜਲ ਦੀ ਕੋਠੀ ਵਿੱਚ ਝਾੜਦਾ ਹੈ, ਭਾਵ ਕੀਤੇ ਸਕਾਮ ਕਰਮਾਂ ਦਾ ਹੰਕਾਰ ਕਰਦਾ ਹੈ। ਇਸੇ ਕਰਕੇ ਔਗਣਾ ਰੂਪੀ ਕਾਲਖ ਦੇ ਨਾਲ ਭਰ ਜਾਂਦਾ ਹੈ। ਜਿਸ ਪ੍ਰਕਾਰ ਕਲਰ ਵਿੱਚ ਖੇਤੀ ਨਹੀਂ ਹੁੰਦੀ ਅਤੇ ਨਦੀ ਦੇ ਕਿਨਾਰੇ 'ਤੇ ਬ੍ਰਿਕਸ਼ ਨਹੀਂ ਰਹਿ ਸਕਦਾ, ਅਤੇ ਚਿੱਟਾ ਪੋਸ਼ਾਕਾ ਪਹਿਨ ਕੇ ਕੱਜਲ ਦੀ ਕੋਠੀ ਵਿੱਚ ਚਿੱਟੇ ਪੋਸ਼ਾਕੇ ਨੂੰ ਝਾੜ ਨਾ ਕਰੇ ਤਾਂ ਪੋਸ਼ਾਕੇ ਦੇ ਕਾਲਖ ਡਿੱਗ ਕੇ ਕਾਲਾ ਹੋ ਜਾਂਦਾ, ਚਿੱਟਾ ਨਹੀਂ ਰਹਿੰਦਾ। ਇਸੇ ਪ੍ਰਕਾਰ ਜੀਵ ਦੇ ਪਾਪ ਵਿਸ਼ਿਸ਼ਟ ਅੰਤःਕਰਨ ਵਿੱਚ ਸ਼ੁਭ ਗੁਣਾ ਰੂਪੀ ਖੇਤੀ ਨਹੀਂ ਹੁੰਦੀ, ਅਤੇ ਕਾਲ ਰੂਪ ਨਦੀ ਦੇ ਕਿਨਾਰੇ 'ਤੇ ਸਰੀਰ ਰੂਪੀ ਬ੍ਰਿਕਸ਼ ਨਹੀਂ ਰਹਿੰਦਾ, ਅਤੇ ਸਕਾਮ ਕਰਮਾਂ ਰੂਪੀ ਪੋਸ਼ਾਕੀ ਨੂੰ ਪਹਿਨ ਕੇ ਵਿਸ਼ਿਆਂ ਰੂਪੀ ਕੱਜਲ ਦੀ ਕੋਠੜੀ ਜੋ ਸੰਸਾਰ ਹੈ ਇਸ ਵਿੱਚ ਝਾੜਦਾ, ਭਾਵ ਵਿਸ਼ਿਆਂ ਨੂੰ ਭੋਗਣ ਵਾਸਤੇ ਸਕਾਮ ਕਰਮਾਂ ਨੂੰ ਕਰਦਾ ਹੈ। ਇਹੋ ਸੰਸਾਰ ਤਿਸੈ ਕੀ ਕੋਠੀ। ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸੰਸਾਰ ਤਿਸ ਵਾਹਿਗੁਰੂ ਦੀ ਕੋਠੜੀ ਹੈ। ਜੋ ਪੈਸਾ ਸੋ ਗਰਭ ਜਰੈ। ਉਸ ਵਿਸ਼ੇ ਰੂਪੀ ਕਜਲ ਦੀ ਕੋਠੜੀ ਹੈ ਜੋ ਜਿਹੜਾ ਇਹਦੇ ਵਿੱਚ ਪ੍ਰਵੇਸ਼ ਹੁੰਦਾ ਹੈ ਉਹ ਹੰਕਾਰ ਰੂਪੀ ਅੱਗ ਦੇ ਵਿੱਚ ਪੈ ਕੇ ਸੜ ਜਾਂਦਾ ਹੈ। ਇਸੇ ਪ੍ਰਕਾਰ ਇਹੋ ਸੰਸਾਰ ਤਿਸੈ ਕੀ ਕੋਠੀ। ਇਹ ਸੰਸਾਰ ਵਿੱਚ ਉਸ ਪਰਮੇਸ਼ਰ ਦੀ ਕਾਲ ਰੂਪ ਕੋਠੜੀ ਬਣਾਈ ਹੋਈ ਹੈ। ਜਿਹੜਾ ਇਹਦੇ ਵਿੱਚ ਪ੍ਰਵੇਸ਼ ਹੁੰਦਾ ਉਹ ਹੰਕਾਰ ਦੇ ਵਿੱਚ ਜੜ ਹੋ ਜਾਂਦਾ ਹੈ। ਇਹ ਸੰਸਾਰ ਤਿਸੈ ਉਸ ਦੀ ਕੋਠੜੀ ਬਣਾਇਆ ਹੋਇਆ ਹੈ। ਉਸ ਵਿਸ਼ੇ ਰੂਪ ਕਜਲ ਦੀ ਕੋਠੜੀ ਜਿਹੜਾ ਇਹਦੇ ਵਿੱਚ ਪ੍ਰਵੇਸ਼ ਕਰਦਾ ਉਹ ਹੰਕਾਰ ਰੂਪੀ ਅੱਗ ਦੇ ਵਿੱਚ ਸੜ ਜਾਂਦਾ ਹੈ। ਜੋ ਪੈਸਾ ਸੋ ਗਰਭ ਜਰੈ। ਜਿਹੜਾ ਇਹਦੇ ਵਿੱਚ ਪੈਂਦਾ ਉਹ ਹੰਕਾਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਨਿੰਦਿਆ ਚੋਲਕਲੀ ਈਰਖਾ ਵੈਰ ਵਿਰੋਧ ਦੀ ਅੱਗ ਵਿੱਚ ਸੜ ਬਲ ਜਾਂਦਾ ਹੈ। ਰਈਅਤ ਰਾਜੇ ਕਹਾਂ ਸਬਾਏ। ਰਈਅਤ ਪ੍ਰਜਾ ਦੇ ਲੋਕ ਅਤੇ ਰਾਜੇ ਆਦਿਕ ਜੋ ਦੁਨੀਆ ਦੇ ਵਿੱਚ ਹੋ ਚੁੱਕੇ ਨੇ ਇਹ ਸਾਰੇ ਕਿੱਥੇ ਚਲੇ ਗਏ ਨੇ ਦੱਸੋ ਭਾਈ। ਦੋਹ ਅੰਤਰ ਸੋ ਜਾਸੀ। ਜੋ ਵੀ ਦੋ ਧਰਤੀ ਦੇ ਆਕਾਸ਼ ਅੰਦਰ, ਦੋਹ ਦਵੈਤ ਦੇ ਅੰਦਰ, ਧਰਤੀ ਅਤੇ ਆਕਾਸ਼ ਦੇ ਅੰਦਰ, ਦਵੈਤ ਦੇ ਅੰਦਰ, ਜਾਂ ਦੋ ਜੰਮਣ ਦੇ ਮਰਨ ਦੇ ਅੰਦਰ ਆਏ ਨੇ ਸੋ ਜਾਸੀ ਉਹ ਅੰਦਰੋਂ ਸਭ ਚਲੇ ਜਾਣਗੇ। ਉਹ ਪਿਛਲੇ ਅੰਦਰੋਂ ਚਲੇ ਗਏ ਸੀ ਹੁਣ ਚਲੇ ਜਾ ਰਹੇ ਨੇ, ਔਰ ਅੱਗੇ ਨੂੰ ਵੀ ਸਭ ਚਲੇ ਜਾਣਗੇ। ਕਹਿਤ ਨਾਨਕ ਗੁਰ ਸੱਚੇ ਕੀ ਪੌੜੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਨੇ ਗੁਰ ਉਪਦੇਸ਼ ਦੁਆਰਾ ਸੱਚੇ ਦੀ ਪ੍ਰਾਪਤੀ ਵਾਲੀ ਭਗਤੀ ਰੂਪ, ਭੂਮਿਕਾ ਰੂਪ ਜਾਂ ਤੁਰਿਆ ਪਦ ਰੂਪੀ ਪੌੜੀ 'ਤੇ ਚੜ੍ਹਨਾ ਕੀਤਾ ਹੈ। ਰਹਿਸੀ ਅਲਖ ਨਿਵਾਸੀ। ਮਹਾਰਾਜ ਫਰਮਾਉਂਦੇ ਨੇ ਕਿ ਉਹ ਲਖਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਦੇ ਵਿੱਚ ਵਾਸਾ ਕਰਕੇ ਅਸਥਿਤ ਰਹਿੰਦਾ ਹੈ, ਜਾਂ ਰਹੱਸੀ ਪ੍ਰਸੰਨ ਹੁੰਦਾ ਹੈ, ਜਾਂ ਅਲਖ ਸਰੂਪ ਦੇ ਵਿੱਚ ਨਿਵਾਸੀ ਵਾਸ਼ਨਾ ਤੋਂ ਰਹਿਤ ਹੋ ਕੇ ਰਹੇਗਾ, ਅਸਥਿਤ ਹੋਵੇਗਾ। ਇੱਥੇ 11 ਅਸ਼ਟਪਦੀਆਂ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਸੰਪੂਰਨ ਹੋਈਆਂ ਹਨ। ਮਾਰੂ ਮਹੱਲਾ ਤੀਜਾ। ਹੁਣ ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਣ ਆਵੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
ਮਾਰੂ ਰਾਗ ਦੇ ਵਿੱਚ ਘਰ ਪੰਜਵਾ ਪੰਜਵੇਂ ਘਰ ਸੁਰ ਤਾਲ ਦੀ ਅੰਦਰ ਅਸ਼ਟਪਦੀ 8 ਪੌੜੀਆਂ ਵਾਲੀ ਅਸ਼ਟਪਦੀ ਉਚਾਰ ਰਹੇ ਹਨ। ਏਕ ਓੰਕਾਰ ਵਾਹਿਗੁਰੂ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਜੀ ਸਾਧ ਸੰਗਤ ਜੀਓ ਦੀਵਾਨ ਵਿੱਚ ਸੱਜੇ ਬੈਠੇ ਸਨ। ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਪਰਮੇਸ਼ਰ ਦੀ ਪ੍ਰਾਪਤੀ ਦਾ ਪ੍ਰੇਮ ਕਿਸ ਤਰ੍ਹਾਂ ਲੱਗਦਾ ਹੈ। ਤਾਂ ਮਹਾਰਾਜ ਪ੍ਰੇਮ ਬਾਬਤ ਕਥਨ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਬ੍ਰਹਮਾ ਨੇ 4 ਵੇਦ ਉਚਾਰੇ ਨੇ, ਪਰ 4 ਦੇ ਵਿੱਚ 2 ਅੱਖਰ ਲਿਖਣੇ ਭੁੱਲ ਗਿਆ। ਉਹ ਪ੍ਰੇਮ ਅੱਧਾ 2.5 ਅੱਖਰ, ਅੱਧਾ ਰਾਰਾ ਤੇ 2 ਪੱਪਾ ਤੇ ਮੰਮਾ। ਪ੍ਰੇਮ ਵੇਦਾਂ 'ਚ ਪ੍ਰੇਮ ਅੱਖਰ ਨਹੀਂ ਹੈ, ਖੁਸ਼ਕ ਗਿਆਨ ਹੈ। ਸੋ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਨਿਰੋਲ ਪ੍ਰੇਮ ਦੇ ਆਧਾਰਿਤ ਹੈ। ਪ੍ਰੇਮਾ ਭਗਤੀ ਸਹਿਤ ਗਿਆਨ ਕਥਨ ਕੀਤਾ ਹੈ। ਜਿਸਨੂੰ ਪ੍ਰੇਮ ਮਨ ਵਸਾਏ ਜਿਸ ਦੇ ਤਾਈਂ ਸੱਚੇ ਗੁਰੂ ਸਾਹਿਬ ਜੀ ਮਨ ਹਿਰਦੇ ਵਿੱਚ ਪ੍ਰਭੂ ਪ੍ਰਾਪਤੀ ਵਾਲਾ ਪ੍ਰੇਮ ਵਸਾ ਦਿੰਦੇ ਹਨ। ਸਾਚੈ ਸ਼ਬਦ ਸਹਿਜ ਸੁਭਾਏ ਉਹ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸ਼ਾਂਤੀ ਸੁਭਾਅ ਨੂੰ ਧਾਰਨ ਕਰ ਲੈਂਦਾ ਹੈ ਜਾਂ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਸ੍ਰੇਸ਼ਟ ਪ੍ਰਕਾਸ਼ ਦੇ ਸਹਿਤ ਹੋ ਜਾਂਦਾ ਹੈ। ਇਸੇ ਪ੍ਰਕਾਰ ਸਾਚੈ ਸ਼ਬਦ ਜਿਸਨੂੰ ਪ੍ਰੇਮ ਮਨ ਵਸਾਏ ਹਾਂਜੀ, ਜਿਸ ਨੂੰ ਪ੍ਰੇਮ ਮਨ ਵਸਾਏ, ਜਿਸ ਦੇ ਮਨ ਦੇ ਵਿੱਚ ਮਹਾਰਾਜ ਪ੍ਰੇਮ ਵਸਾ ਦਿੰਦਾ ਹੈ, ਸੋ ਸਾਚਾ ਸ਼ਬਦ ਸਹਿਜ ਸੁਭਾਏ। ਸਾਚੈ ਸ਼ਬਦ ਸਹਿਜ ਸੁਭਾਏ ਜਿਸ ਦੇ ਤਾਈਂ ਗੁਰੂ ਮਹਾਰਾਜ ਪ੍ਰੇਮ ਮਨ 'ਚ ਵਸਾ ਦਿੰਦੇ ਨੇ, ਉਹ ਸਾਧ ਸੰਗਤ ਜੀਓ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸ਼ਾਂਤੀ ਸੁਭਾਅ ਨੂੰ ਧਾਰਨ ਕਰ ਲੈਂਦਾ, ਜਾਂ ਜਿਹਦੇ ਤਾਈਂ ਸੱਚੇ ਗੁਰੂ ਸਾਹਿਬ ਜੀ ਆਪਣੇ ਉਪਦੇਸ਼ ਦੁਆਰਾ ਹਿਰਦੇ 'ਚ ਪ੍ਰਭੂ ਪ੍ਰਾਪਤੀ ਵਾਲਾ ਪ੍ਰੇਮ ਵਸਾ ਦਿੰਦੇ ਅਤੇ ਸ਼ਾਂਤੀ ਸੁਭਾਅ ਬਖਸ਼ ਦਿੰਦੇ ਨੇ। ਜਾਂ ਜਿਹਨੂੰ ਗੁਰੂ ਸਾਹਿਬ ਜੀ ਸੱਚਾ ਉਪਦੇਸ਼ ਬਖਸ਼ਦੇ ਨੇ, ਉਹ ਸੱਚੇ ਉਪਦੇਸ਼ ਦੁਆਰਾ ਸੁਭਾਵਕ ਹੀ ਪ੍ਰਭੂ ਪ੍ਰਾਪਤੀ ਵਾਲੇ ਪ੍ਰੇਮ ਨੂੰ ਮਨ 'ਚ ਵਸਾ ਲੈਂਦਾ ਹੈ। ਇਹ ਵੇਦਨ ਸੋਈ ਜਾਣੈ ਇਹ ਪ੍ਰੇਮ ਦੀ ਜੋ ਵੇਦਨ ਪੀੜਾ ਹੈ, ਹਾਲਤ ਹੈ, ਉਹੀ ਗੁਰਮੁਖ ਜਨ ਜਾਂ ਉਹੀ ਗੁਰੂ ਸਾਹਿਬ ਜੀ ਜਾਣਦਾ ਹੈ। ਅਵਰ ਕੇ ਜਾਣੈ ਕਾਰੀ ਜਿਉ ਹੋਰ ਕੋਈ ਕੀ ਪ੍ਰੇਮ ਦੀ ਕਾਰ ਜਾਂ ਔਸ਼ਧੀ ਨੂੰ ਜਾਣ ਸਕਦਾ ਹੈ ਜੀ, ਭਾਵ ਨਹੀਂ ਜਾਣ ਸਕਦਾ। ਆਪੇ ਮਿਲੇ ਆਪ ਮਿਲਾਏ ਇਹ ਪਰਮੇਸ਼ਰ ਜਿਸ ਨੂੰ ਤੂੰ ਆਪ ਹੀ ਸਤਿਗੁਰਾਂ ਦੇ ਨਾਲ ਮਿਲਦਾ, ਉਹਨੂੰ ਤੂੰ ਆਪ ਹੀ ਆਪਣੇ ਸਰੂਪ ਨਾਲ ਮਿਲਾਉਂਦਾ ਹੈ। ਜਾਂ ਜਿਸ ਨੂੰ ਤੂੰ ਆਪ ਗੁਰੂ ਉਪਦੇਸ਼ ਨਾਲ ਮਿਲਦਾ ਹੈ, ਉਸ ਨੂੰ ਭਗਤੀ ਕਰਾ ਕੇ ਆਪ ਹੀ ਆਪਣੇ ਗਿਆਨ ਸਰੂਪ ਦੇ ਨਾਲ ਮਿਲਾ ਲੈਂਦਾ ਹੈ। ਆਪਣਾ ਪਿਆਰ ਆਪੇ ਲਾਏ ਇਹ ਪਰਮੇਸ਼ਰ ਤੂੰ ਆਪਣੀ ਪ੍ਰਾਪਤੀ ਵਾਲਾ ਆਪਣਾ ਪ੍ਰੇਮ ਆਪ ਹੀ ਕਿਰਪਾ ਕਰਕੇ ਲਾਉਂਦਾ ਹੈ। ਪ੍ਰੇਮ ਕੇ ਸਾਰ ਸੋਈ ਜਾਣੈ ਇਹ ਪਰਮੇਸ਼ਰ ਜੀ ਪ੍ਰੇਮ ਦੀ ਖਬਰ ਪਹਿਚਾਣ ਉਹੀ ਜਾਣ ਸਕਦਾ ਹੈ। ਜਿਸਨੂੰ ਨਦਰ ਤੁਮਾਰੀ ਜੀਉ ਜਿਸ ਦੇ ਤਾਈਂ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਉਂਦੇ ਨੇ, ਦੇਵ ਦ੍ਰਿਸ਼ਟ ਜਾਗੈ ਭਰਮ ਚੁਕਾਏ ਜੋ ਵੱਡੀ ਗਿਆਨ ਦ੍ਰਿਸ਼ਟੀ ਕਰਕੇ ਗਿਆਨ ਅਵਸਥਾ ਵਿੱਚ ਜਾਗਦਾ ਹੈ, ਉਸ ਦੀ ਅੰਦਰੋਂ ਗੁਰਾਂ ਨੇ 5 ਪ੍ਰਕਾਰ ਦਾ ਭਰਮ ਚੁਕਾ ਦਿੱਤਾ ਹੈ। ਗੁਰ ਪ੍ਰਸਾਦ ਪਰਮ ਪਦ ਪਾਏ ਉਹ ਗੁਰਾਂ ਦੀ ਕਿਰਪਾ ਦੁਆਰਾ ਵੱਡੀ ਪਦਵੀ
ਭਾਵ ਕੇਵਲ ਮੋਖ ਨੂੰ ਪਾ ਲੈਂਦਾ ਹੈ। ਸੋ ਜੋਗੀ ਇਹ ਜੁਗਤ ਪਛਾਣੈ। ਸੋ ਉਹ ਜੀਵ ਈਸ਼ ਦੀ ਏਕਤਾ ਰੂਪ ਜੁਗਤੀ ਨੂੰ ਪਹਿਚਾਨ ਲੈਂਦਾ ਹੈ। ਉਹੀ ਅਸਲ ਜੋਗੀ ਹੈ ਜਾਂ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ। ਗੁਰ ਕੈ ਸ਼ਬਦ ਵਿਚਾਰੀ ਜਿਉ। ਹੇ ਪਿਆਰੇ ਜੀ, ਜੋ ਗੁਰਾਂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਏਕਤਾ ਦੀ ਜੁਗਤੀ ਨੂੰ ਪਹਿਚਾਨ ਲੈਂਦਾ, ਉਹੀ ਜੋਗੀ ਹੈ। ਸੰਜੋਗੇ ਧਨ ਪਿਰ ਮੇਲਾ ਹੋਵੈ। ਪੂਰਬਲੇ ਪੁੰਨਾਂ ਦੇ ਸੰਜੋਗ ਮਿਲਾਪ ਕਰਕੇ ਕਾਇਆ ਰੂਪ ਇਸਤਰੀ ਦਾ ਜੀਵ ਆਤਮਾ ਰੂਪ ਪਤੀ ਨਾਲ ਮਿਲਾਪ ਹੁੰਦਾ ਹੈ। ਜਾਂ ਪੂਰਬਲੇ ਪੁੰਨਾਂ ਦੇ ਸੰਜੋਗ ਕਰਕੇ ਜਗਿਆਸੂ ਰੂਪ ਇਸਤਰੀ ਦਾ ਗੁਰੂ ਰੂਪ ਪਤੀ ਨਾਲ ਮਿਲਾਪ ਹੁੰਦਾ ਹੈ। ਜਾਂ ਸੁਰਤ ਰੂਪ ਇਸਤਰੀ ਦਾ ਸ਼ਬਦ ਰੂਪ ਪਤੀ ਨਾਲ, ਜਾਂ ਅਭਾਸ ਬਿਰਤੀ ਰੂਪ ਇਸਤਰੀ ਦਾ ਸਾਖੀ ਚੇਤਨ ਨੂੰ ਪਤੀ ਦੇ ਨਾਲ ਮਿਲਾਪ ਹੁੰਦਾ ਹੈ। ਗੁਰਮਤਿ ਵਿੱਚੋਂ ਦੁਰਮਤ ਖੋਵੈ। ਗੁਰ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਅੰਦਰੋਂ ਖੋਟੀ ਮਤ ਨੂੰ ਗਵਾ ਦੇਣਾ ਚਾਹੀਦਾ ਹੈ। ਰੰਗ ਸੋ ਨਿਤ ਰਲਿਆ ਮਾਣੈ। ਜੋ ਪ੍ਰੇਮ ਦੇ ਨਾਲ ਨਿਤਾ ਪ੍ਰਤੀ ਪਤੀ ਅਕਾਲ ਪੁਰਖ ਦੀ ਪ੍ਰਾਪਤੀ ਦੀਆਂ ਜਾਂ ਭੇਦਤਾ ਦੀਆਂ ਖੁਸ਼ੀਆਂ ਮਾਣਦੀ ਹੈ। ਆਪਣੇ ਕੰਦ ਪਿਆਰੀ ਜਿਉ। ਇਹ ਪਿਆਰੇ ਜੀਓ, ਉਹ ਆਪਣੇ ਪਤੀ ਪਰਮੇਸ਼ਰ ਨੂੰ ਪਿਆਰੀ ਹੈ। ਜਾਂ ਜੋ ਆਪਣੇ ਪਤੀ ਪਰਮੇਸ਼ਰ ਨਾਲ ਪਿਆਰੀ ਪ੍ਰੀਤੀ ਕਰਦੀ ਹੈ, ਉਹ ਪ੍ਰੇਮ ਦੇ ਸਹਿਤ ਨਿਤਾ ਪ੍ਰਤੀ ਪ੍ਰਾਪਤੀ ਦੀ ਖੁਸ਼ੀ ਮਾਣਦੀ ਹੈ। ਸਤਿਗੁਰ ਬਾਝਹੁ ਵੈਦ ਨ ਕੋਈ। ਪੂਰੇ ਸਤਿਗੁਰੂ ਤੋਂ ਬਿਨਾਂ ਹਉਮੈ ਰੂਪੀ ਰੋਗ ਨੂੰ ਮੇਟਣ ਵਾਲਾ ਹੋਰ ਕੋਈ ਵੀ ਵੈਦ ਹਕੀਮ ਨਹੀਂ ਹੈ, ਕਿਉਂਕਿ ਆਪੇ ਆਪ ਨਿਰੰਜਨ ਸੋਈ। ਸਤਿਗੁਰੂ ਸਾਹਿਬ ਜੀ ਆਪੇ ਆਪ ਉਹ ਸ਼ੁੱਧ ਸਰੂਪ ਪਰਮੇਸ਼ਰ ਦਾ ਰੂਪ ਹਨ। ਸਤਿਗੁਰ ਮਿਲਿਆ ਮਰੈ ਮੰਦਾ। ਸੋ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਮਨ ਦਾ ਭੈੜਾ ਸੁਭਾਅ ਮਰ ਜਾਂਦਾ ਹੈ। ਹੋਵੈ ਗਿਆਨ ਵਿਚਾਰੀ ਜੀਉ। ਅਤੇ ਸਰੂਪ ਦੇ ਗਿਆਨ ਦੀ ਵਿਚਾਰ ਕਰਨ ਵਾਲਾ ਹੋ ਜਾਂਦਾ ਹੈ, ਜਾਂ ਬ੍ਰਹਮ ਗਿਆਨ ਦੇ ਵਿਚਾਰਨ ਵਾਲਾ ਹੋ ਜਾਂਦਾ ਹੈ। ਇਹੋ ਸ਼ਬਦ ਸਾਰ ਜਿਸਨੂੰ ਲਾਏ। ਇਹ ਜੋ ਗੁਰੂ ਸਾਹਿਬ ਜੀ ਦਾ ਸਾਰ ਅਸਲੀ ਸਿਧਾਂਤ ਰੂਪ ਦੀ ਪ੍ਰਾਪਤੀ ਵਾਲਾ ਸ਼ਬਦ ਉਪਦੇਸ਼ ਹੈ, ਇਸ ਵਿੱਚ ਜਿਸ ਨੂੰ ਵਾਹਿਗੁਰੂ ਕਿਰਪਾ ਕਰਕੇ ਆਪ ਲਾਉਂਦਾ ਹੈ। ਜਾਂ ਇਹ ਜੋ ਬ੍ਰਹਮ ਸਾਰੇ ਸੰਸਾਰ ਦਾ ਸਾਰ ਰੂਪ ਹੈ, ਇਸ ਵਿੱਚ ਜਿਸ ਨੂੰ ਗੁਰੂ ਸਾਹਿਬ ਜੀ ਲਾਉਂਦੇ ਨੇ, ਜਾਂ ਜਿਸ ਨੂੰ ਪਰਮੇਸ਼ਰ ਗੁਰੂ ਉਪਦੇਸ਼ ਰੂਪੀ ਸਾਰ ਅਸਲੀਅਤ ਸਿਧਾਂਤ ਦੇ ਵਿੱਚ ਲਾ ਦੇਵੇ। ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ। ਉਸ ਗੁਰਮੁਖ ਜਨ ਦੀ ਅੰਦਰੋਂ ਗੁਰੂ ਪਰਮੇਸ਼ਰ ਰਸਾ ਕਸਾਂ ਦੀ ਤ੍ਰਿਸ਼ਨਾ, ਆਸਾ ਪਦਾਰਥਾਂ ਦੀ ਭੁੱਖ ਗਵਾ ਦਿੰਦਾ, ਮੇਟ ਦਿੰਦਾ ਹੈ। ਆਪਣ ਲਿਆ ਕਿਛੂ ਨ ਪਾਈਆ। ਜੇਕਰ ਕੋਈ ਹੰਕਾਰ ਕਰੇ ਕਿ ਮੈਂ ਆਪਣੇ ਸਾਧਨ ਨਾਲ ਪ੍ਰਾਪਤ ਕਰ ਸਕਦਾ, ਇਉਂ ਆਪਣਾ ਲਿਆ ਹੋਇਆ ਕੁਝ ਵੀ ਨਹੀਂ ਪਾਈਦਾ ਹੈ। ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਮੇਰੇ ਵਰਗੇ ਤਾਂ ਰਾਤੋਂ ਰਾਤ ਸ਼ਾਹੂਕਾਰ ਬਣ ਜਾਣ, ਪਰ ਕਰਮਾਂ ਉੱਪਰ ਨਿਬੜੈ। ਕੀਤੇ ਚੰਗੇ ਮੰਦੇ ਕਰਮਾਂ 'ਤੇ ਨਿਬੇੜਾ ਹੁੰਦਾ। ਜੇ ਲੋਚੈ ਸਭ ਕੋਏ, ਭਾਵੇਂ ਸਭ ਕੋਈ ਚਾਵੇ। ਕਰ ਕਿਰਪਾ ਕਲ ਧਾਰੀ ਜੀਉ। ਜਿਸ ਪਰਮੇਸ਼ਰ ਨੇ ਸਭਨਾਂ ਦੇ ਵਿੱਚ ਆਪਣੀ ਚੇਤਨ ਸੱਤਾ ਰੂਪੀ ਕਲ ਸ਼ਕਤੀ ਧਾਰੀ ਹੋਈ ਹੈ, ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਦਾਤਾਂ ਦੇਵੇ, ਉਹ ਸਭ ਕੁਝ ਪਾ ਸਕਦਾ ਹੈ। ਜਾਂ ਜਿਸ ਉੱਤੇ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਨਾ ਕੀਤੀ ਹੈ, ਉਹਦੇ ਹਿਰਦੇ ਵਿੱਚ ਭਗਤੀ ਬ੍ਰਹਮ ਗਿਆਨ ਆਦਿਕ ਦੀ ਸ਼ਕਤੀ ਧਾਰ ਦਿੱਤੀ ਹੈ, ਭਾਵ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਜਾਂ ਉਹਦੇ ਹਿਰਦੇ ਵਿੱਚ
ਆਤਮਕ ਸ਼ਾਂਤੀ ਧਾਰ ਦਿੱਤੀ ਹੈ। ਆਗਮ ਨਿਗਮ ਸਤਿਗੁਰੂ ਦਿਖਾਇਆ, ਜਿਸ ਪਰਮੇਸ਼ਰ ਨੂੰ ਸ਼ਾਸਤਰ ਤੇ ਵੇਦ ਨੇਤ ਕਥਨ ਕਰਦੇ ਨੇ, ਜਾਂ ਜੋ ਸ਼ਾਸਤਰਾਂ ਕਰਕੇ ਤੇ ਵੇਦਾਂ ਕਰਕੇ ਅਗੰਮ ਹੈ, ਉਹ ਸਰੂਪ ਸਤਿਗੁਰੂ ਜੀ ਨੇ ਕਿਰਪਾ ਕਰਕੇ ਅਧਿਕਾਰੀ ਜਨ ਨੂੰ ਵਿਖਾਇਆ ਹੈ। ਕਰ ਕਿਰਪਾ ਆਪਨ ਕਰ ਆਇਆ, ਇਸ ਲਈ ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਅਧਿਕਾਰੀ ਜਨ ਦੇ ਹਿਰਦੇ ਨੂੰ ਆਪਣਾ ਘਰ ਜਾਣ ਕੇ ਉਸ ਦੇ ਹਿਰਦੇ ਵਿੱਚ ਸਖਿਆਤ ਹੋ ਆਉਂਦਾ ਹੈ। ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਆਪਣੇ ਸਾਧ ਸੰਗਤ ਰੂਪ ਤੁਰਿਆ ਪਦ ਰੂਪ ਘਰ ਦੇ ਵਿੱਚ ਆ ਗਿਆ ਹੈ। ਅੰਜਨ ਮਾਹੇ ਨਿਰੰਜਨ ਪਾ ਜਾਤਾ, हे ਪਰਮੇਸ਼ਰ ਜੀ, ਜਿਨ ਕਾ ਨਦਰ ਤੁਮਾਰੀ ਜੀਓ, ਜਿਨ੍ਹਾਂ ਦੇ ਤੇਰੀ ਕਿਰਪਾ ਦ੍ਰਿਸ਼ਟੀ ਹੋਈ ਹੈ, ਉਹਨਾਂ ਨੇ ਅੰਜਨ ਮਾਇਆ ਜਾਂ ਮਾਇਆ ਰੂਪ ਸੁਰਮੇ ਜਾਂ ਅੰਜਨ ਕਾਲ ਰੂਪ ਸੰਸਾਰ ਦੇ ਵਿੱਚ ਰਹਿੰਦੇ ਆ ਤੇਰੇ ਸ਼ੁੱਧ ਸਰੂਪ ਨੂੰ ਜਾਣ ਲਿਆ ਹੈ। ਗੁਰਮੁਖ ਹੋਵੈ ਸੋ ਤਤ ਪਾਏ, ਜਿਹੜਾ ਗੁਰਮੁਖ ਅਧਿਕਾਰੀ ਹੁੰਦਾ ਹੈ ਉਹ ਤਤ ਸਿਧਾਂਤ ਸਰੂਪ ਦੇ ਗਿਆਨ ਨੂੰ ਗੁਰਾਂ ਤੋਂ ਪਾ ਲੈਂਦਾ ਹੈ। ਆਪਣਾ ਆਪ ਵਿੱਚੋਂ ਗਵਾਏ, ਉਹ ਆਪਾ ਭਾਵ ਹੰਕਾਰ ਹਿਰਦੇ ਵਿੱਚੋਂ ਗਵਾ ਦਿੰਦਾ ਹੈ। ਸਤਿਗੁਰ ਬਾਝੋ ਸਭ ਧੰਦ ਕਮਾਵੈ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਧਾ ਜਾਣ ਵਾਲੇ ਧੰਦਿਆਂ ਨੂੰ ਹੀ ਕਮਾਉਂਦੀ ਹੈ। ਧੰਦਾ ਧਾਵਤ ਰਹਿ ਗਏ। ਵੇਖਹ ਮਨ ਵਿਚਾਰੀ ਜੀਓ, ਹੇ ਪਿਆਰੇ ਜੀ, ਭਾਵੇਂ ਮਨ ਹਿਰਦੇ ਵਿੱਚ ਨਿਰਣਾ ਕਰਕੇ ਵੇਖ ਲਵੋ ਜਾਂ ਗੁਰਾਂ ਦੀ ਵਿਚਾਰ ਦੁਆਰਾ ਮਨ ਵਿੱਚ ਵਿਚਾਰ ਕੇ ਵੇਖ ਲਵੋ। ਇੱਕ ਭਰਮ ਭੁੱਲੇ ਫਿਰ ਅਹੰਕਾਰੀ, ਕਈ ਹੰਕਾਰ ਕਰਕੇ ਭਰਮ 'ਚ ਭੁੱਲੇ ਫਿਰਦੇ ਨੇ ਅਤੇ ਕਈ ਜਿਹੜੇ ਹਨ ਇਕ ਨਾ ਗੁਰਮੁਖ ਹਉਮੈ ਮਾਰੀ, ਉਹ ਗੁਰਮੁਖ ਬਣ ਗਏ। ਗੁਰਮੁਖ ਜਨਾਂ ਨੇ ਦੇਹ ਦੀ ਹਉਮੈ ਹੰਗਤਾ ਨੂੰ ਮਾਰ ਲਿਆ ਹੈ। ਸੱਚਾ ਸ਼ਬਦ ਰਤੇ ਬੈਰਾਗੇ, ਜਿਹੜੇ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਰੰਗ 'ਚ ਰੰਗੇ ਹੋਏ ਨੇ ਉਹ ਪੂਰਨ ਵੈਰਾਗਵਾਨ ਪੁਰਖ ਹਨ। ਹੋਰ ਭਰਮ ਭੁੱਲੇ ਗਾਵਾਰੀ ਜੀਓ, ਅਤੇ ਹੇ ਪਿਆਰੇ ਜੀ, ਜਿਹੜੇ ਹੋਰ ਭਰਮ 'ਚ ਭੁੱਲੇ ਹੋਏ ਨੇ ਉਹ ਬੇਸਮਝ ਪੁਰਖ ਨੇ। ਹੋਰ ਬੇਸਮਝ ਪੁਰਖ ਭਰਮ ਦੇ ਵਿੱਚ ਭੁੱਲੇ ਹੋਏ ਹਨ। ਗੁਰਮੁਖ ਜਿਨੀ ਨਾਮ ਨ ਪਾਇਆ, ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖਾਂ ਦੀ ਸੰਗਤ ਦੁਆਰਾ ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਨਹੀਂ ਪਾਇਆ, ਮਨਮੁਖ ਬਿਰਥਾ ਜਨਮ ਗਵਾਇਆ, ਉਹਨਾਂ ਮਨਮੁਖ ਪੁਰਖਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ। ਅੱਗੇ ਬਿਨ ਨਾਵੈ ਕੋ ਬੇਲੀ ਨਾਹੀ, ਅੱਗੇ ਪਰਲੋਕ ਵਿੱਚ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਹੋਰ ਕੋਈ ਵੀ ਸਹਾਇਕ ਨਹੀਂ ਹੁੰਦਾ। ਕਿਸੇ ਨੇ ਵੀ ਮਿੱਤਰਤਾ ਨਹੀਂ ਕਰਨੀ। ਪੂਜੈ ਗੁਰ ਵਿਚਾਰੀ ਜੀਓ, ਇਹ ਪਿਆਰੇ ਜੀ, ਜੇਕਰ ਤੁਹਾਨੂੰ ਇਸ ਗੱਲ ਵਿੱਚ ਸੰਸਾ ਹੋਵੇ ਤਾਂ ਗੁਰੂ ਉਪਦੇਸ਼ ਦੀ ਵਿਚਾਰ ਕਰਨ ਵਾਲਿਆਂ ਦੇ ਪਾਸੋਂ ਪੁੱਛ ਲੈਣਾ ਕਰੋ, ਜਾਂ ਸਰੂਪ ਦੀ ਵਿਚਾਰ ਵਾਲੇ ਗੁਰਾਂ ਦੇ ਪਾਸੋਂ ਪੁੱਛ ਕੇ ਵੇਖ ਲੈਣਾ ਕਰੋ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪਰਮੇਸ਼ਰ ਦਾ ਨਾਮ ਅੰਮ੍ਰਿਤ ਹਮੇਸ਼ਾ ਸੁੱਖਾਂ ਦੇ ਦੇਣ ਵਾਲਾ, ਸਦਾ ਆਤਮਕ ਸੁੱਖਾਂ ਦਾ ਦਾਤਾ ਹੈ। ਗੁਰ ਪੂਰਾ ਜੁਗ ਚਾਰੇ ਜਾਤਾ, ਇਹ ਨਾਮ ਅੰਮ੍ਰਿਤ ਪੂਰੇ ਗੁਰਾਂ ਦੁਆਰਾ ਚੌਂ ਯੁੱਗਾਂ ਦੇ ਜੀਵਾਂ ਨੇ ਜਾਣਿਆ। ਜਿਸ ਨੇ ਪੂਰੇ ਗੁਰਾਂ ਦੁਆਰਾ ਨਾਮ ਅੰਮ੍ਰਿਤ ਨੂੰ ਪਾਇਆ ਉਹ ਚੌਂ ਯੁੱਗਾਂ ਵਾਲੇ ਸੰਸਾਰ ਵੀ ਜਾਣਿਆ ਗਿਆ। ਉਹਨੇ ਚੌਂ ਯੁੱਗਾਂ 'ਚ ਵਿਆਪਕ ਪਰਮੇਸ਼ਰ ਨੂੰ ਜਾਣ ਲਿਆ, ਜਿਨੇ ਚਾਰ ਵੈਰਾਗ ਵਿਵੇਕ ਹਠ ਸੰਮਤੀ ਮਮੋਖ ਇੱਛਾ ਤੇ ਚਾਰ ਸਰਵਣ ਮੰਨਣ ਦੇ ਆਸਨ ਤਤਵੰ ਦਾ ਸੰਸ਼ੋਧਨ ਆਦਿਕ ਸਾਧਨ ਕੀਤੇ ਨੇ। ਚਾਰ ਅੰਤਰੰਗ ਸਾਧਨ ਤੇ ਚਾਰ ਬਹਿਰੰਗ ਸਾਧਨ ਕੀਤੇ ਨੇ। ਉਹਨੇ ਪੂਰੇ ਗੁਰਾਂ ਦੁਆਰਾ
ਪਰਮੇਸ਼ਰ ਨੂੰ ਜਾਣ ਲਿਆ ਹੈ। ਜਿਸ ਤੋਂ ਦੇਵਹ ਸੋਈ ਪਾਏ। ਪਰੰਤੂ ਹੈ ਪਰਮੇਸ਼ਰ ਜਿਸ ਨੂੰ ਤੋਂ ਗੁਰਾਂ ਦੁਆਰਾ ਨਾਮ ਅੰਮ੍ਰਿਤ ਬਖਸ਼ ਦਿੰਦਾ ਹੈ ਉਹੀ ਪਾਉਂਦਾ ਹੈ। ਨਾਨਕ ਤਤ ਵਿਚਾਰੀ ਜੀਓ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਸਿਧਾਂਤ ਸਰੂਪ ਦਾ ਵਿਚਾਰੀ ਹੁੰਦਾ ਹੈ ਜਾਂ ਹੇ ਪ੍ਰਭੂ ਅਸਾਂ ਨੇ ਇਹੀ ਸਿਧਾਂਤ ਸੰਗਤਾਂ ਨੂੰ ਵਿਚਾਰ ਕੇ ਦੱਸਿਆ ਕਿ ਇਹੀ ਤਤ ਸਰੂਪ ਦੀ ਵਿਚਾਰ ਦਾ ਰਸਤਾ ਹੈ। ਭੁੱਲ ਚੁੱਕ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਇਹ 11 ਪਹਿਲੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਅਤੇ ਇੱਕ ਤੀਜੇ ਪਾਤਸ਼ਾਹ ਦੀ ਅਸ਼ਟਪਦੀ ਸੰਪੂਰਨ ਹੋਈ ਹੈ। ਕੱਲ੍ਹ ਨੂੰ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਦੀਆਂ ਪ੍ਰਾਰੰਭ ਹੋਣਗੀਆਂ ਜੀ। ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਗੁਰਪੂਰੈ ਜੁਗ ਚਾਰੇ ਜਾਤਾ। ਜਿਸ ਤੋਂ ਦੇਵਹਿ ਸੋਈ ਪਾਏ। ਨਾਨਕ ਤਤ ਵਿਚਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।